ਧੰਨ ਵਾਹਿ ਗੁਰੂ ਸਾਹਿਬ ਜੀਓ। हम अवगुण भरे एक गुण नाही, अमृत छाड़ बिखै बिख खाई। हम अवगुण भरे एक गुण नाही, अमृत छाड़ बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरनाई। डंडौत बंदन अनिक बार, सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। सतनाम धन वाहे गुरु साहिब जियो। श्लोक महला पहला। सिमल रुख सराएरा, अत दीरघ अत मुच। ओए जे आवह आस कर, जाहे निराशे कित। फल फिके फुल बक बके, कम ना आवह पत। मिठत नीवी नानका, गुण चंगियाइयां तत। सब को निवै आप को, पर को निवै ना कोय। धर ताराजू तोलीऐ, निवै सुगौरा होय। अपराधी दूना निवै, जो हंता मिर्गाहे। शीश निवाएं क्या थियै, जा हृदय कुशुद्धे जाहे।
अपराधी दूना निवै, जो हंता मृगाहे, शीश निवाएं क्या थियै, जा हृदय कुसुदे जाहे। वाहिगुरु जी का खालसा, वाहिगुरु जी की फतेह। परम सम्मान योग सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦਾ ਰਸ ਪਿੰਨਾ ਕੀਰਤਨ आप जी ने श्रवण कीता है। हजूर दी आशा की वार दी जो लड़ीवार विचार चल रही है, 14वीं पौड़ी दे नाल सतगुरु गुरु नानक साहिब जी महाराज ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 2 ਸ਼ਲੋਕ ਦਰਜ ਨੇ। ਪਹਿਲੇ ਸ਼ਲੋਕ ਦਾ ਪਾਠ ਜੋ ਅੱਜ ਵਿਚਾਰ ਅਧੀਨ ਹੈ, ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਇਸ ਸ਼ਲੋਕ ਦੇ ਅਖਰੀ ਅਰਥ, ਭਾਵ ਅਰਥ जितनी को मालिक सबुद्धि बख्शे आप जी नाल गुरमत विचारां दी सांझ कर सकां। विचार दी आरंभता तो पहला आप जितने हजूर दे चरना विच हाजिर हो, उपस्थित हो, एकाग्रता दी दात बख्शो और प्यार अदब दे नाल आसीस बख्श दे होए उच्चारण करो जी। सतनाम श्री वाहे गुरु जी। करो बख्शिश, फिर उच्चारण करो जी। सतनाम श्री वाहे गुरु जी। सतगुरु गुरु नानक साहिब जी महाराज जी ने इस श्लोक दे अंदर 2 विचार, 2 ख्याल पूरी मानवता दे सामने प्रगट कीते ने। एक है कि इंसान दे कोल उच्चापन है, पर उच्चा होने दे बावजूद उहदे पल्ले अध्यात्मक गुण कोई नहीं। दूजा है कि जिस कोल अंदर दी निर्माणता है, ਉਹ ਗੁਣਾਂ ਤੇ ਚੰਗਿਆਈਆਂ ਦੇ ਤੱਤ ਨਾਲ ਭਰਿਆ ਪਿਆ ਹੈ, ਤੇ ਉਸ ਕੋਲ ਸਭ ਤੋਂ ਵੱਡਾ ਗਹਿਣਾ ਹੈ ਕਿ परमात्मा ਦੀ ਦਿੱਤੀ ਕੋਈ ਨਿਮਰਤਾ ਔਰ ਪ੍ਰਭੂ ਦੀ ਨਿਮਰਤਾ ਵਿੱਚੋਂ ਮਿਲੀ ਕੋਈ ਮਿਠਾਸ। ਪਾਵਾਂ ਹਜ਼ੂਰ ਨੇ ਇਸ ਸ਼ਲੋਕ ਦੇ ਵਿੱਚ 3 ਉਦਾਹਰਨਾਂ ਦੀ
ਵਰਤੋਂ ਕੀਤੀ ਹੈ। ਖਾਸ ਕਰਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸਿੰਮਲ ਰੁੱਖ ਦੀ ਉਦਾਹਰਨ ਦਿੱਤੀ ਹੈ। ਫਿਰ ਸਤਿਗੁਰੂ ਨੇ ਤਕੜੀ ਦੀ, ਤਰਾਜ਼ੂ ਦੀ ਉਦਾਹਰਨ ਦਿੱਤੀ ਹੈ। ਫਿਰ ਸਤਿਗੁਰੂ ਨੇ ਹਰਨਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਦੀ ਇੱਕ ਉਦਾਹਰਨ ਦਿੱਤੀ ਹੈ। ਇਸ ਵਿੱਚ ਅਸਲ 'ਚ ਗੁਰਦੇਵ ਇਹ ਬਖਸ਼ਿਸ਼ ਕਰ ਰਹੇ ਨੇ ਕਿ ਨਾਮ ਵਿੱਚ, ਸਿਮਰਨ ਵਿੱਚ ਪ੍ਰਭੂ ਗੁਣਾਂ ਨਾਲ ਭਰਪੂਰ ਹੋ ਕੇ ਜਿਹੜਾ ਆਪਣੀ ਜ਼ਿੰਦਗੀ ਵਿੱਚ ਝੁਕ ਜਾਂਦਾ ਹੈ, ਉਸ ਕੋਲ ਚੰਗਿਆਈਆਂ ਨੇ, ਗੁਣ ਨੇ, ਮਿਠਾਸ ਹੈ। ਪਰ ਜੇਕਰ ਕੋਈ ਸਿੰਮਲ ਰੁੱਖ ਦੀ ਤਰ੍ਹਾਂ ਆਕਾਰ ਵਾਲਾ ਹੋਵੇ, ਉਚਾਈ ਹੋਵੇ, ਲੰਬਾਈ ਹੋਵੇ, ਮੋਟਾਪਨ ਹੋਵੇ, ਪਰ ਇੱਕ ਪੰਛੀ ਉਸ ਰੁੱਖ ਦੇ ਵਜੂਦ ਦੀ ਆਸ ਕਰਕੇ ਆਵੇ, ਪਰ ਜਦੋਂ ਉਸ ਰੁੱਖ ਦਾ ਵਜੂਦ ਦੇਖ ਕੇ ਉਹਦੀ ਟਾਹਣੀ ਤੇ ਬੈਠ ਕੇ ਉਸ ਦੇ ਫਲ ਵਿੱਚੋਂ ਆਸ ਕਰੇ ਵੀ ਮੇਰੇ ਪੇਟ ਦੀ ਭੁੱਖ ਚਲੀ ਜਾਏ, ਪਰ ਜਦੋਂ ਚੁੰਝ ਮਾਰੇ ਉਹਦੇ ਫਲ ਵਿੱਚੋਂ ਕੇਵਲ ਫਿੱਕਾ ਫੋਕਾ ਰੂਹ ਨਿਕਲੇ ਤੇ ਉਸ ਪੰਛੀ ਨੂੰ ਬੜੀ ਉਦਾਸੀਨਤਾ ਤੇ ਨਿਰਾਸ਼ਤਾ ਹੁੰਦੀ ਹੈ। ਇਹ ਬੇਨਤੀ ਕਰਾਂਗਾ, ਇਹ ਸਾਰੇ ਦਾ ਭਾਵ ਕੀ ਹੈ? ਸਿੰਮਲ ਰੁੱਖ ਕਿਸ ਨੂੰ ਕਿਹਾ ਹੈ ਇੱਥੇ? ਪਰ ਆਰੰਭ 'ਚ ਮੈਂ ਬੇਨਤੀ ਜਿਹੜੀ ਆਪ ਜੀ ਦੇ ਸਨਮੁਖ ਕਰਨੀ ਚਾਹੁੰਦਾ, ਇੱਕ ਤਾਂ ਇੱਥੇ ਨਿਮਰਤਾ ਤੇ ਪੂਰਾ ਜ਼ੋਰ ਦਿੱਤਾ ਹੈ, ਤੇ ਨਿਮਰਤਾ ਉਹ ਜਿਹੜੀ ਅੰਤਰ ਆਤਮੇ 'ਚੋਂ ਸਿਮਰਨ 'ਚ ਉਪਜੀ ਹੈ। ਦੂਜਾ, ਇਸ ਸ਼ਲੋਕ ਵਿੱਚ ਜਿਹੜੇ ਵਿਖਾਵੇ ਦੀ ਨਿਮਰਤਾ ਹੈ, ਕੁੜਿਆਵੀ ਨਿਮਰਤਾ ਹੈ, ਝੂਠੀ ਨਿਮਰਤਾ ਹੈ। ਸਿਰਫ ਇਨਸਾਨ ਸਰੀਰਕ ਤੌਰ ਤੇ ਝੁਕਦਾ ਹੈ, ਪਰ ਅੰਦਰੂਨੀ ਤੌਰ ਤੇ ਉਹਦਾ ਅੰਦਰ ਕਪਟ ਨਾਲ ਭਰਿਆ ਹੈ। ਅੰਦਰ ਕਪਟ ਨਾਲ ਭਰਿਆ ਹੋਵੇ ਤੇ ਸਰੀਰਕ ਤੌਰ ਤੇ ਬੰਦਾ ਝੁਕੀ ਜਾਏ, ਸਤਿਗੁਰੂ ਜੀ ਨੇ ਇਹੋ ਜਿਹੇ ਝੁਕਣੇ ਨੂੰ ਆਪਣੇ ਘਰ ਦੇ ਅੰਦਰ ਪ੍ਰਵਾਨ ਨਹੀਂ ਕੀਤਾ। ਥੋੜਾ ਜਿਹਾ ਮੈਂ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇ ਦੇਣਾ। ਗੁਰੂ ਸਾਹਿਬ ਨੇ ਕਿਸੇ ਵੀ ਗੱਲ ਨੂੰ ਉਲਾਰੂ ਹੋ ਕੇ ਮੱਖੀ ਤੇ ਮੱਖੀ ਨਹੀਂ ਮਾਰੀ, ਇਉਂ ਕਹਿ ਲਈਏ ਲਕੀਰ ਦੇ ਫਕੀਰ ਨਹੀਂ ਬਣਾਇਆ। ਹਰ ਗੱਲ ਨੂੰ ਬੜੀ ਸੁਚੇਤਤਾ ਨਾਲ, ਚੇਤਨਤਾ ਦੇ ਨਾਲ ਉਹਦੇ ਸਾਰੇ ਪਹਿਲੂ ਵਿਚਾਰ ਕੇ ਗੁਰਦੇਵ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਆਓ ਅਸੀਂ ਇੱਕ ਦੋ ਬਚਨ ਆਸਾ ਕੀ ਵਾਰ ਵਿੱਚੋਂ ਲੈ ਲੈਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਸ਼ਲੋਕ ਹੈ ਕਿ ਇੱਕ ਜਿਸ ਦਾ ਅੰਦਰ ਝੂਠ, ਫਰੇਬ, ਛਲ ਤੇ ਮਕਾਰ ਨਾਲ ਭਰਿਆ ਹੋਇਆ, ਪਰ ਬਾਹਰੋਂ ਉਸ ਕੋਲ ਸੱਚ ਇਹ ਵੇ ਦਿੱਖ ਉਹਦੀ ਬੜੀ ਹੈ, ਉਹਦੀ ਚਮਕ ਦਮਕ ਬੜੀ ਹੈ। ਲੋਕ ਉਹਦੇ ਬਾਹਰ ਦੇ ਸ਼ਬਦਾਵਲੀ ਤੇ ਪਹਿਰਾਵੇ ਤੇ ਗੱਲਾਂ ਤੋਂ ਬਹੁਤ ਪ੍ਰਭਾਵਿਤ ਨੇ, ਪਰ ਅੰਦਰੋਂ ਅੱਤ ਦਾ ਕਪਟੀ ਝੂਠਾ ਹੈ। ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਬੰਦੇ ਜਿਹੜੇ ਬਾਹਰੋਂ ਵੇਖਣ ਨੂੰ ਫਾਹੀ ਸੁਰਤ ਮਲੂਕੀ ਵੇਸ, ਗੁਰੂ ਨਾਨਕ ਸਾਹਿਬ ਦੇ ਬੋਲ ਨੇ। ਮਲੂਕੀ ਦਾ ਅਰਥ ਹੈ ਸ਼ਰੀਫਾਂ ਵਾਲਾ ਪਹਿਰਾਵਾ, ਫਾਹੀ ਸੁਰਤ ਦਾ ਅਰਥ ਹੈ ਕਿ ਜਿਹਦਾ ਬਾਹਰ ਦਾ ਪਹਿਰਾਵਾ ਤਾਂ ਸੰਤਾਂ ਵਾਲਾ ਹੈ, ਸਾਧਾਂ ਵਾਲਾ ਹੈ, ਭਗਤਾਂ ਵਾਲਾ ਹੈ, ਪਰ ਸੁਰਤ ਉਹਦੀ ਦੇ ਵਿੱਚ ਲੋਕਾਂ ਨੂੰ ਫਾਹੀ ਵਿੱਚ ਪਸੰਦ ਦੇ ਫੁਰਨੇ ਚੱਲਦੇ ਹੁੰਦੇ। ਫਾਹੀ ਸੁਰਤ ਮਲੂਕੀ ਵੇਸ। ਹੁਣ ਉਹਦੀ ਸੁਰਤ ਵਿੱਚ ਤਾਂ ਹੈ ਜਿਹੜਾ ਬੰਦਾ ਆਇਆ ਇਹਨੂੰ ਪਸਾਣਾ ਕਿਵੇਂ ਹੈ, ਇਹਨੂੰ ਲੁੱਟਣਾ ਕਿਵੇਂ ਹੈ, ਪਰ ਉਹਦਾ ਜਿਹੜਾ ਵੇਸ਼ ਹੈ ਉਹ ਮਲੂਕੀ ਹੈ, ਉਹ ਸ਼ਰੀਫਾਂ ਵਾਲਾ ਹੈ, ਫਕੀਰਾਂ ਵਾਲਾ ਹੈ। ਸਤਿਗੁਰੂ ਕਹਿੰਦੇ ਨੇ ਲਿਬਾਸ ਭਾਵੇਂ ਫਕੀਰ ਵਾਲਾ ਹੋਵੇ, ਸ਼ਬਦਾਵਲੀ ਭਾਵੇਂ ਫਕੀਰ ਵਾਲੀ ਹੋਵੇ, ਜੇ ਇਨਸਾਨ ਦਾ ਅੰਦਰ ਫਰੇਬੀ ਹੈ ਤੇ ਇਹੋ ਜਿਹਾ ਬੰਦਾ 68 ਤੀਰਥਾਂ ਤੇ ਵੀ ਨਾ ਲਵੇ, ਇਹਦੇ ਅੰਦਰ ਦਾ ਝੂਠ, ਕਪਟ, ਛਲ, ਫਰੇਬ ਕਦੀ ਜਾ ਨਹੀਂ ਸਕਦਾ। ਸਤਿਗੁਰੂ ਦੇ ਇਹ ਅੰਮ੍ਰਿਤ ਬਚਨ ਆਸਾ ਕੀ ਵਾਰ ਵਿੱਚ ਨੇ ਕਿ ਅੰਦਰੋਂ ਝੂਠੇ ਪੈਜ ਬਾਹਰ। ਇਹ ਮੈਂ ਤਾਂ ਬੇਨਤੀ ਕਰ ਲੱਗਾ, ਹਾਲਾਂ ਇਸ ਸ਼ਲੋਕ ਨਾਲ ਇਸ ਪ੍ਰਕਰਨ ਦਾ ਕੋਈ ਸੰਬੰਧ ਨਹੀਂ, ਤਾਂ ਅਰਜ਼ ਕਰ ਲੱਗਾ ਵਾਂ ਕਿ ਇਸ ਵਿੱਚ ਝੁਕਣ ਨੂੰ ਵੀ ਮੰਨਿਆ ਤੇ ਕਪਟ ਵਾਲੇ ਝੁਕਣ ਨੂੰ ਪ੍ਰਵਾਨ ਵੀ ਨਹੀਂ ਕੀਤਾ। ਨਿਮਰਤਾ ਨੂੰ ਮੰਨਿਆ, ਪਰ ਝੂਠੀ, ਫਰੇਬ ਵਾਲੀ, ਕਪਟ ਵਾਲੀ, ਛਲ ਵਾਲੀ ਨਿਮਰਤਾ ਨੂੰ ਹਜ਼ੂਰ ਨੇ ਸਵੀਕਾਰ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਕਿ ਅੰਦਰੋਂ ਝੂਠੇ, ਅਰਥ ਬੜੇ ਸੌਖੇ ਨੇ, ਜਿਹਦੇ ਅੰਦਰ ਝੂਠ ਹੈ
ਬਾਹਰੋਂ ਉਹਨਾਂ ਕੋਲ ਬਨਾਵਟ ਹੈ, ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ। 8 ਤੀਰਥ ਜੇ ਨਹਾਵਹਿ ਉਤਰੈ ਨਾਹੀ ਮੈਲ। ਬੜਾ ਸਪਸ਼ਟ ਕਿਹਾ, ਪਰ ਨਾਲ ਸ਼ਬਦ ਵਰਤੇ ਉਤਰੈ ਨਾਹੀ ਮੈਲ। ਅਗਲੇ ਬਚਨ ਨੇ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਝੂਠਾ ਹੈ, ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਫਕੀਰੀ ਕਮਾਉਣ ਵਾਲਾ, ਇਬਾਦਤ ਕਰਨ ਵਾਲਾ ਖੋਟਾ ਹੈ। ਮਹਾਰਾਜ ਜੀ ਨੇ ਅਗਲਾ ਸ਼ਬਦ ਕਹਿ ਦਿੱਤਾ, ਜਿਨ ਪਟ ਅੰਦਰ ਬਾਹਰ ਗੁੱਦੜ। ਫਿਰ ਸੁਣਿਓ, ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਝੂਠ ਹੈ, ਬਾਹਰੋਂ ਲਿਬਾਸ ਹੈ ਕੇਵਲ ਚਮਕ ਦਮਕ ਵਾਲਾ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਹੈ, ਪਰ ਬਾਹਰੋਂ ਉਹ ਪਾਟੀਆਂ ਲੀਰਾਂ ਪਾਈ ਬੈਠੇ ਨੇ। ਹਜ਼ੂਰ ਕਹਿੰਦੇ ਨੇ ਸੱਚ ਇਹ ਵੇ, ਜਿਹਦੇ ਅੰਦਰ ਪਰਮਾਤਮਾ ਦੀ ਬੰਦਗੀ ਦੀ ਰੇਸ਼ਮ ਹੈ, ਉਹਦੇ ਬਾਹਰ ਦੇ ਪਾਟੇ ਕੋਈ ਕੱਪੜੇ ਵੀ ਪਰਮਾਤਮਾ ਦੇ ਘਰ ਵਿੱਚ ਸਵੀਕਾਰ ਨੇ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿਨ ਨੇਕੋ ਲੱਗਾ ਰੱਬ ਸੇਤੀ। ਦੇਖਣਾ ਵਿਚਾਰ ਰੰਗ ਹੱਸੈਂ ਰੰਗ ਰੋਵੈਂ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ। ਇੱਕ ਸਾਈਂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਹੁਣ ਤੁਸੀਂ ਮੈਂ ਤਾਂ ਪ੍ਰਮਾਣ ਲਿਆ, ਇੱਕ ਪਾਸੇ ਵੀ ਖੋਟਾ ਝੂਠਾ, ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਝੂਠਾ ਹੁੰਦਾ ਹੈ। ਦੂਜੇ ਪਾਸੇ ਉਹ ਵੇ ਜਿਹਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਹੈ। ਇਸੇ ਤਰ੍ਹਾਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਨੇ, ਇੱਕ ਪਾਸੇ ਉਹ ਪੰਡਿਤ ਹੈ, ਉਹ ਵਿਦਵਾਨ ਪੁਰਸ਼ ਹੈ। ਪੰਡਿਤ ਦਾ ਅਰਥ ਵਿਦਵਾਨ, ਕਿ ਜਿਹੜਾ ਸਿਰਫ ਗਿਆਨ ਦੀਆਂ ਬੁੱਧੀ ਦੇ ਤਲ ਤੇ ਅੱਖਰ ਹੀ ਢੋਈ ਜਾਂਦਾ ਹੈ। ਤੇ ਦੂਜੇ ਪਾਸੇ ਉਹ ਵੀ ਵਿਦਵਾਨ ਹੈ ਜਿਹੜਾ ਸੱਚਮੁੱਚ ਆਪਣੇ ਅੰਦਰੋਂ ਪ੍ਰਭੂ ਦੇ ਨਾਮ ਵਿੱਚ ਦਿਨ ਰਾਤ ਮਗਨ ਰਹਿੰਦਾ ਹੈ। ਜਿਵੇਂ ਅਸੀਂ ਇੱਕ ਬਚਨ ਪੜ੍ਹਨੇ ਆ, ਪੰਡਿਆ ਕਵਨ ਕੁਮਾਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਹਰ ਪੰਡਤ, ਹਰ ਵਿਦਵਾਨ ਦਾ ਅਰਥ ਇਹ ਨਹੀਂ ਕਿ ਉਹ ਸਿਰਫ ਅੱਖਰੀ ਗਿਆਨ ਰੱਖਦਾ ਹੈ। ਸਾਹਿਬ ਉਹਦੇ ਬਾਰੇ ਇੱਕ ਬਚਨ ਕਹਿੰਦੇ, ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਸਿਰ ਮੇਰੇ ਕਹਿਣ ਤੋਂ ਮੁਰਾਦ ਇਹ ਕਿ ਲਕੀਰ ਦੇ ਫਕੀਰ ਬਣ ਕੇ ਨਹੀਂ, ਸਤਿਗੁਰਾਂ ਨੇ ਦੋਨੋਂ ਪੱਖ, ਅੱਜ ਦਾ ਜਿਹੜਾ ਸ਼ਲੋਕ ਹੈ, ਇੱਕ ਪਾਸੇ ਉਚਾਈ ਦਾ, ਵੱਡੇਪਨ ਦਾ, ਦੂਜੇ ਪਾਸੇ ਝੁਕਣ ਦਾ। ਫਿਰ ਝੁਕਣ ਵਿੱਚ ਵੀ ਜੇ ਕਪਟ ਆ ਜਾਏ, ਸਤਿਗੁਰੂ ਉਹਦੇ ਤੋਂ ਵੀ ਸਾਨੂੰ ਸੁਚੇਤ ਕਰਦੇ ਨੇ। ਸਭ ਤੋਂ ਪਹਿਲੀ ਬੇਨਤੀ ਮੈਂ ਆਪ ਜੀ ਦੇ ਸਨਮੁਖ ਕਰਨੀ ਚਾਹੁੰਦਾ ਕਿ ਪਰਮਾਰਥ ਦੇ ਰਸਤੇ ਵਿੱਚ ਨਿਮਰਤਾ ਇੱਕ ਰੱਬ ਦਾ ਬਹੁਤ ਕੀਮਤੀ ਦਿੱਤਾ ਹੋਇਆ ਗਹਿਣਾ ਹੈ। ਇਹਨੂੰ ਗਰੀਬੀ ਸ਼ਬਦ ਵਰਤ ਲਓ, ਨਿਰਮਾਨਤਾ ਸ਼ਬਦ ਵਰਤ ਲਓ, ਨਿਮਰਤਾ ਸ਼ਬਦ ਵਰਤ ਲਓ, ਜਾਂ ਅਸੀਂ ਖਲੀਮੀ ਸ਼ਬਦ ਵਰਤ ਲਈਏ। ਇਹ ਸਾਰੇ ਜਿਹੜੇ ਸ਼ਬਦ ਨੇ ਅਸਲ 'ਚ ਪਰਮਾਤਮਾ ਦੀ ਦਿੱਤੀ ਹੋਇਆ ਇੱਕ ਕੀਮਤੀ ਗਹਿਣਾ ਹੈ। ਚਲੋ ਮੈਂ ਗਹਿਣਾ ਲਫ਼ਜ਼ ਵਰਤੇ। ਹੁਣ ਝੁਕਣਾ, ਇੱਕ ਤਾਂ ਆਪਾਂ ਝੁਕਨੇ ਆ ਵੇਖਾ ਵੇਖੀ, ਇੱਕ ਨਿਮਰਤਾ ਹੁੰਦੀ ਹੈ ਬੰਦੇ ਦੇ ਅੰਤਰ ਆਤਮੇ ਤੋਂ। ਜਿਹੜਾ ਵੇਖਾ ਵੇਖੀ ਝੁਕਿਆ ਜਾਂਦਾ ਹੈ, ਉਹਦੇ ਵਿੱਚ ਰਸ ਨਹੀਂ ਹੁੰਦਾ। ਸਾਰੀ ਜ਼ਿੰਦਗੀ ਇਨਸਾਨ ਝੁਕੀ ਜਾਂਦਾ ਹੈ, ਪਰ ਅੰਦਰ ਤਬਦੀਲੀ ਕੋਈ ਨਹੀਂ। ਇੱਕ ਹੁੰਦਾ ਸੱਚਮੁੱਚ ਆਪਣੇ ਅੰਤਰ ਆਤਮੇ ਤੋਂ ਝੁਕ ਜਾਣਾ। ਹੁਣ ਅੰਤਰ ਆਤਮੇ ਤੋਂ ਝੁਕਣਾ ਕੀ ਹੈ? ਬੇਨਤੀ ਧਿਆਨ ਨਾਲ ਸੁਣੋ। ਅਸੀਂ ਦੇਖਨੇ ਆ ਕਿ ਰੁੱਖ ਜ਼ਮੀਨ ਤੇ ਧਰਤੀ ਤੇ ਬਨਸਪਤੀ ਹੈ। ਹਰ ਰੁੱਖ ਜਿਹੜਾ ਹੈ, ਉਹਨੂੰ ਜਦੋਂ ਫਲ ਲੱਗੇਗਾ, ਜਿਹੜਾ ਫਲਦਾਰ ਰੁੱਖ ਹੈ, ਉਹਦੀਆਂ ਟਾਹਣੀਆਂ ਅਸਮਾਨ ਵੱਲ ਜੇ ਜਾਂਦੀਆਂ ਨੇ, ਜਦੋਂ ਉਹਨੂੰ ਫਲ ਲੱਗੇਗਾ ਤੇ ਜਿੰਨਾ ਉਹਦੇ ਫਲਾਂ ਦੇ ਵਿੱਚ ਰਸ ਭਰਿਆ ਜਾਏਗਾ, ਕਿਸੇ ਬੰਦੇ ਨੂੰ ਲੋੜ ਨਹੀਂ ਪੈਂਦੀ ਕਿ ਉਸ ਰੁੱਖ ਦੀ ਟਾਹਣੀ ਨਾਲ ਰੱਸੀ ਬੰਨ੍ਹ ਕੇ ਉਹਨੂੰ ਜ਼ਮੀਨ ਵਾਲੇ ਪਾਸੇ ਖਿੱਚ ਕੇ ਚੁਕਾਏ। ਲੋੜ ਨਹੀਂ ਉਹਨੂੰ, ਕਿਉਂਕਿ ਜਿਸ ਨੂੰ ਫਲ ਲੱਗੇਗਾ ਉਹ ਫਲਾਂ ਦੇ ਭਾਰ ਨਾਲ ਆਪਣੇ ਆਪ ਜ਼ਮੀਨ ਵੱਲ ਝੁਕੇਗਾ। ਉਹਨੂੰ ਕੋਈ ਲੋੜ ਨਹੀਂ ਕਿਸੇ ਨੂੰ ਖਿੱਚ ਕੇ ਝੁਕਾਉਣ ਦੀ। ਜਿੰਨਾ ਫਲ ਦਾ ਰੁੱਖ ਹੈ ਓਨਾ ਝੁਕੇਗਾ। ਸੱਚ ਇਹ ਵੇ ਗੁਰਮੁਖੋ, ਜਿੰਨਾ ਕਿਸੇ ਦੀ ਜ਼ਿੰਦਗੀ ਵਿੱਚ ਪਰਮਾਤਮਾ ਦੀ ਨਾਮ ਦੀ ਬਖਸ਼ ਦਾ ਰਸ ਭਰਦਾ ਹੈ, ਓਨਾ ਉਹ ਬੰਦਾ ਦਿਨ ਬ ਦਿਨ ਨਿਮਰਤਾ ਵਿੱਚ ਝੁਕੀ ਜਾਂਦਾ ਹੈ। ਪਰ ਇੱਥੇ ਝੁਕਣ ਦਾ ਅਰਥ ਹੀਣਤਾ ਨਹੀਂ ਮੰਨਣਾ, ਇੱਥੇ ਝੁਕਣ ਦਾ ਅਰਥ ਗੌਰਵਤਾ ਹੈ। ਇੱਥੇ ਝੁਕਣਾ ਇੱਕ ਬੜਾ ਵੱਡਾ ਗੁਣ ਹੈ।
ਇਹ ਕਾਰਨ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸ਼ੁਰੂ ਕਰਨੇ ਆ, ਕਿਉਂਕਿ ਸਤਿਗੁਰੂ ਨੇ ਨਿਮਰਤਾ ਨੂੰ ਬਹੁਤ ਵੱਡੀ ਥਾਂ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦੀ ਰਚਨਾ ਵਿੱਚ ਹਜ਼ੂਰ ਨੂੰ ਪ੍ਰਭੂ ਦਰ ਤੋਂ ਮਿਲੀ ਕੋਈ ਬਖਸ਼ਿਸ਼ ਕਿਰਪਾ ਉਹਦਾ ਵੇਰਵਾ ਦਿੱਤਾ ਹੈ। ਉਹ 4 ਤੁਕਾਂ ਅਸੀਂ ਜ਼ਰੂਰ ਪੜ੍ਹ ਲਈਏ, ਸਾਨੂੰ ਸੌਖਾ ਹੋ ਜਾਏਗਾ ਇਹਦੇ ਅਰਥ ਕਰਨ 'ਚ। ਉਹ ਪੌੜੀ ਦੀਆਂ 4 ਤੁਕਾਂ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ। ਬਾਬੇ ਦਾ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਭਾਈ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚੋਂ ਬਖਸ਼ਿਸ਼ ਲਈ, ਫਿਰ ਉਸ ਤੋਂ ਬਾਅਦ ਉਹਦੀ ਬਖਸ਼ਿਸ਼ ਨਾਲ ਕਮਾਈ ਕੀਤੀ। ਇਹ ਭਾਈ ਸਾਹਿਬ ਦੀ ਤੁਕ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਇਹਨੂੰ ਥੋੜਾ ਜਿਹਾ ਸੁਣਿਓ, ਫਿਰ ਮੈਂ ਸ਼ਬਦ ਰਿਪੀਟ ਕਰਨ ਲੱਗਾ। ਕਈ ਵਾਰੀ ਇਹ ਮਨ 'ਚ ਖਿਆਲ ਉੱਠਦਾ ਹੈ, ਕਮਾਈ ਨਾਲ ਬਖਸ਼ਿਸ਼ ਮਿਲਦੀ ਹੈ ਕਿ ਬਖਸ਼ਿਸ਼ ਨਾਲ ਕਮਾਈ ਕੀਤੀ ਜਾਂਦੀ ਹੈ। ਕਰਮਾਂ ਨਾਲ ਕਿਰਪਾ ਮਿਲਦੀ ਹੈ ਕਿ ਕਿਰਪਾ ਦੇ ਨਾਲ ਕਰਮ ਕਮਾਏ ਜਾਂਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ ਤੇ ਦਾਸ ਕਈ ਵਾਰੀ ਬੇਨਤੀ ਕਰਦਾ, ਸੱਚ ਇਹ ਵੇ ਕਿ ਆਪਣੇ ਕਰਮ ਤਾਂ ਫਲੀਪੂਤ ਹੁੰਦੇ ਨੇ ਜੇ ਉਹਦੀ ਬਖਸ਼ਿਸ਼ ਹੋਵੇ ਤਾਂ। ਉਹਦੀ ਕਿਰਪਾ ਤੋਂ ਬਿਨਾਂ ਕਰਮਾਂ ਨੂੰ ਵੀ ਫਲ ਨਹੀਂ ਜੇ ਲੱਗਦਾ। ਜਿਵੇਂ ਅਸੀਂ ਉਦਾਹਰਨ ਦੇ ਤੌਰ ਤੇ ਇੱਕ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਪੜ੍ਹਨੇ ਖਾਂ। ਬਾਬਾ ਫਰੀਦ ਸਾਹਿਬ ਜੀ ਦੇ ਇੱਕ ਸ਼ਲੋਕ ਹੈ। ਇਹ ਸ਼ਲੋਕ ਹੈ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ, ਕਿ ਰਾਤ ਦਾ ਪਹਿਲਾ ਪੈਰ ਪਰਮਾਤਮਾ ਦੀ ਇਬਾਦਤ, ਖੁਦਾ ਦੀ ਇਬਾਦਤ ਇਸ ਤਰ੍ਹਾਂ ਕਿ ਜਿਵੇਂ ਖਿੜੇ ਹੋਏ ਫੁੱਲ ਨੇ, ਤੇ ਪਿਛਲ ਪੈਰ ਰੱਬ ਦੀ ਬੰਦਗੀ ਕਰਨੀ ਇਸ ਤਰ੍ਹਾਂ ਹੈ ਕਿ ਜਿਵੇਂ ਪੱਕੇ ਹੋਏ ਫਲ ਨੇ। ਬਚਨ ਕਹੇ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਬੜੇ ਸਾਦੇ ਸਿੱਧੇ ਅਰਥ ਨੇ ਕਿ ਪਰਮਾਤਮਾ ਕੰਨੋਂ ਦਾ ਅਰਥ ਹੈ ਕੋਲੋਂ। ਪਰਮਾਤਮਾ ਦੇ ਕੋਲੋਂ ਉਹ ਹੀ ਦਾਤ ਲੈਂਦੇ ਨੇ ਜਿਹੜੇ ਬੰਦੇ ਅੰਮ੍ਰਿਤ ਵੇਲੇ ਜਾਗਦੇ ਨੇ। ਜੋ ਜਗਨ ਲਖਨ ਸੇ ਸਾਈਂ ਕੰਨੋਂ ਦਾਤ। ਹੁਣ ਇੱਥੇ ਸਵਾਲ ਉੱਠੇਗਾ ਕਿ ਹਰ ਜਾਗਣ ਵਾਲਾ ਦਾਤ ਲੈ ਜਾਂਦਾ? ਕਿ ਹਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਵਾਲਾ, ਸੇਵਾ ਕਰਨ ਵਾਲਾ ਉਹ ਦਾਤ ਲੈ ਜਾਂਦਾ? ਮਹਾਰਾਜ ਕਹਿੰਦੇ ਨੇ ਕਰਮ ਕਰ ਰਿਹਾ ਹੈ, ਪਰ ਦਾਤ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀ। ਹਜ਼ੂਰ ਦੇ ਇਹ ਬਚਨ ਨੇ ਕਿ ਦਾਤੀ ਸਾਹਿਬ ਸੰਦੀਆਂ, ਦਾਤਾਂ ਤਾਂ ਸਾਹਿਬ ਦੀਆਂ ਨੇ। ਇਹ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ। ਉਹ ਸ਼ਲੋਕ ਦੀ ਵਿਆਖਿਆ 'ਚ ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇਹਦਾ ਅਰਥ ਹੈ ਜਿਹਦੀਆਂ ਦਾਤਾਂ ਨੇ ਉਹਦੇ ਨਾਲ ਕਦੀ ਸਾਡਾ ਜ਼ੋਰ ਚੱਲੇਗਾ? ਜੇ ਜ਼ੋਰ ਨਾਲ ਦਾਤਾਂ ਮਿਲਦੀਆਂ ਹੁੰਦੀਆਂ ਤੇ ਕਿਸੇ ਬੰਦੇ ਦੀ ਝੋਲੀ ਖਾਲੀ ਨਾ ਰਹਿੰਦੀ। ਪਰ ਚੇਤੇ ਰੱਖਿਓ, ਬੰਦੇ ਦਾ ਜ਼ੋਰ ਨਹੀਂ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਇਹ ਜਿਹਦੇ ਹੱਥ ਵਿੱਚ ਤਾਕਤ, ਜਿਹਦੇ ਕੋਲ ਜ਼ੋਰ ਹੈ, ਇਹ ਤਾਂ ਉਹਦੀ ਆਪਣੀ ਮਰਜ਼ੀ ਹੈ। ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਤੇ ਮਹਾਰਾਜ ਕਹਿੰਦੇ ਨੇ ਇੱਕ ਜਗਨ ਦੇ ਨਾ ਲੈਣ, ਇੱਕ ਸੁੱਤਿਆਂ ਦੇ ਉਠਾਲ। ਹੁਣ ਇਹਦਾ ਮਤਲਬ ਜਿਹੜੇ ਕਰਮ ਵੀ ਆਪਾਂ ਕਰਨੇ, ਉਹ ਹਰ ਕਰਮ ਨੂੰ ਬਖਸ਼ਿਸ਼ ਚ ਲੈ ਜਾਈਏ। ਆਪਣੇ ਨਾਲ ਕਰਮ ਨੂੰ ਮਤ ਜੋੜੀਏ। ਮੈਂ ਉੱਠਿਆ, ਮੈਂ ਪਾਠ ਕੀਤਾ, ਮੈਂ ਸੇਵਾ ਕੀਤੀ, ਮੈਂ ਕਥਾ ਕੀਤੀ, ਮੈਂ ਕੀਰਤਨ ਕੀਤਾ, ਕਿੰਨਾ ਚੰਗਾ ਹੋਵੇ। ਹਰ ਕਰਮ ਨੂੰ ਕਿਰਪਾ ਨਾਲ ਜੋੜ ਕੇ ਦੇਖੀਏ। ਜੇ ਤੇਰੀ ਕਿਰਪਾ ਹੋਈ ਤੇ ਅੰਮ੍ਰਿਤ ਵੇਲੇ ਦੀ ਦਾਤ ਮਿਲੀ। ਜੇ ਤੁਸੀਂ ਕਿਰਪਾ ਕੀਤੀ ਤੇ ਬਾਣੀ ਦਾ ਪਾਠ ਹੋਇਆ। ਜੇ ਤੁਸੀਂ ਕਿਰਪਾ ਕੀਤੀ ਤੇ ਤੁਹਾਡੀ ਸੇਵਾ ਕਰ ਸਕਿਆ। ਕਰਮ ਨੂੰ ਕਿਰਪਾ ਨਾਲ ਜੋੜਾਂਗੇ ਤੇ ਕਦੀ ਧੋਖਾ ਨਹੀਂ ਖਾਵਾਂਗੇ। ਕਰਮਾਂ ਨਾਲ ਕਹੀਏ ਕਿਰਪਾ ਮਿਲ ਜਾਏ ਤੇ ਮੇਰਾ ਖਿਆਲ ਬੰਦੇ ਦੀ ਗੱਲ ਨਹੀਂ ਬਣਨੀ। ਹਜ਼ੂਰ ਸੱਚੇ ਪਾਤਸ਼ਾਹ ਜੀ ਬੇਨਤੀ ਸੁਣੋ। ਪਹਿਲਾਂ ਬਖਸ਼ਿਸ਼ ਲਈ, ਫਿਰ ਉਹਨਾਂ ਨੇ ਕਮਾਈ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਗੁਰੂ ਸਾਹਿਬ ਨੇ ਖੁਦ ਆਪਣੀ ਕਮਾਈ ਬਹੁਤ ਕੀਤੀ। ਆ ਭੱਟਾਂ ਦਾ ਇੱਕ ਬੋਲ ਹੈ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਭੱਟ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਭਗਤੀ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ। ਆਪਣਾ ਤਨ ਮਨ ਧਨ ਸਭ ਕੁਝ ਪਰਮਾਤਮਾ ਨੂੰ ਦੇ ਦਿੱਤਾ। ਕਮਾਈ ਤਾਂ ਕੀਤੀ ਹੈ ਨਾ। ਇਸੇ ਕਰਕੇ ਇੱਕ ਹੋਰ ਬੋਲ ਹੁੰਦਾ ਭੱਟਾਂ ਦਾ
ਕਿ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ, ਪ੍ਰਭੂ ਦੇ ਸ਼ਬਦ ਵਿੱਚ ਲਿਵ ਜੋੜ ਕੇ, ਆਪਣੇ ਅੰਦਰ ਨੂੰ ਜੋੜ ਕੇ। ਇਸੇ ਕਰਕੇ ਬਾਣੀ ਵਿੱਚ ਆਉਂਦਾ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨ ਡਿਠਾ ਤਿਨਾ ਲੈ ਛਡਾਏ। ਗੁਰੂ ਨੇ ਆਪ ਕਮਾਈ ਕੀਤੀ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਕਿੰਨੀ ਕਮਾਈ ਕੀਤੀ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਰੇਤ ਅੱਕ ਆਹਾਰ ਦਾ ਭਾਵੇਂ ਕਈਆਂ ਕਿਹਾ ਹੈ ਕਿ ਰੇਤੇ ਤੇ ਬੈਠਣਾ ਅੱਕ ਖਾਣਾ, ਪਰ ਇਹਦਾ ਮਤਲਬ ਇਹ ਵੇ ਕਿ ਸੁੱਕੀ ਮਿੱਸੀ ਖਾ ਕੇ, ਜੀਵ ਦੇ ਸਵਾਦ ਨੂੰ ਤਿਆਗ ਕੇ, ਇੰਦਰੀਆਂ ਦੇ ਰਸ ਨੂੰ ਤਿਆਗ ਕੇ ਕੇਵਲ ਪਰਮਾਤਮਾ ਦੀ ਇਬਾਦਤ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਾਈ। ਅਗਲੇ ਬਚਨ ਧਿਆਨ ਨਾਲ ਸੁਣਿਓ, ਬਾਬਾ ਪੈਦਾ ਸੱਚਖੰਡ, ਇਹਦਾ ਅਰਥ ਜਾਣਾ, ਸਨਮਾਨੇ ਜਾਣਾ। ਗੁਰੂ ਨਾਨਕ ਸਾਹਿਬ ਪ੍ਰਭੂ ਦੀ ਦਰਗਾਹ ਵਿੱਚੋਂ ਸਨਮਾਨੇ ਗਏ ਤੇ ਲੈ ਕੇ ਕੀ ਆਏ? ਅਸਲ 'ਚ ਜਿਹੜੀ ਤੁਕ ਮੈਂ ਅਰਜ਼ ਕਰਨੀ ਚਾਹੁੰਦਾ, ਨੌਨਿਧ ਨਾਮ ਗਰੀਬੀ ਪਾਈ। ਕਈ ਸੱਜਣ ਨੌਨਿਧ ਦਾ ਅਰਥ ਕਰਦੇ ਨੇ ਸੰਸਾਰ ਦਾ ਖਜ਼ਾਨਾ, ਪਰ ਨੌਨਿਧ ਨਾਮ ਅਰਥ ਬੜਾ ਸੌਖਾ ਰਹੇਗਾ ਕਿ ਪਰਮਾਤਮਾ ਦਾ ਨਾਮ ਹੀ ਨੌਨਿਧਾਂ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਵੀ ਅਸੀਂ ਪੜ੍ਹਨੇ ਹਾਂ। ਹਜ਼ੂਰ ਨੇ ਕਹਿੰਦੇ ਨੇ ਪਰਮ ਦੇ ਘਰ ਚੋਂ ਨਾਮ ਲਿਆ। ਹੁਣ ਨਾਮ ਬੜੀ ਕੀਮਤੀ ਵਸਤੂ ਹੈ। ਵਸਤੂ ਕੀਮਤੀ ਹੋਵੇ, ਉਹਨੂੰ ਟਿਕਾਣ ਵਾਸਤੇ ਕੋਈ ਪਾਤਰ ਵੀ ਚਾਹੀਦਾ ਹੈ। ਫਿਰ ਬੇਨਤੀ ਸੁਣੋ, ਨਾਮ ਬੜਾ ਕੀਮਤੀ ਹੈ। ਬਾਬਾ ਜੀ ਕਹਿ ਰਹੇ ਨੇ, ਭਾਈ ਸਾਹਿਬ ਕੇ ਬਾਬਾ ਪੈਦਾ ਸੱਚਖੰਡ ਨੌਨਿਧ ਨਾਮ, ਤੇ ਅਗਲੀ ਤੁਕ ਹੈ ਗਰੀਬੀ ਪਾਈ। ਗਰੀਬੀ ਦਾ ਅਰਥ ਹੈ ਨਿਮਰਤਾ, ਨਿਰਮਾਣਤਾ, ਝੁਕਣਾ। ਨਾਮ ਬੜਾ ਕੀਮਤੀ ਹੈ, ਪਰ ਸੱਚ ਇਹ ਨਿਮਰਤਾ ਦੇ ਭਾਂਡੇ ਤੋਂ ਬਿਨਾਂ ਨਾਮ ਟਿਕ ਨਹੀਂ ਸਕਦਾ। ਨਿਮਰਤਾ ਦਾ ਬਰਤਨ ਹੋਵੇਗਾ ਤਾਂ ਨਾਮ ਟਿਕੇਗਾ। ਕਈ ਵਾਰੀ ਕਈ ਬੰਦੇ ਉਹਨਾਂ ਕੋਲ ਕਮਾਈ ਬਹੁਤ ਕਰ ਜਾਂਦੇ ਨੇ, ਪਰ ਅਸੀਂ ਕਈ ਵਾਰੀ ਸੁਣਨੇ ਹੁੰਦੇ ਆ ਕਿ ਭਾਂਡਾ ਛੋਟਾ ਸੀ ਪਰ ਵਸਤ ਜ਼ਿਆਦੀ ਪੈ ਗਈ, ਇਹਦੇ ਤੋਂ ਸੰਭਾਲੀ ਨਹੀਂ ਗਈ। ਨਿਮਰਤਾ ਦਾ ਭਾਂਡਾ ਹੈ। ਨਿਮਰਤਾ ਦੇ ਭਾਂਡੇ ਵੀ ਸਭ ਕੁਝ ਟਿਕਦਾ ਹੈ। ਨਿਮਰਤਾ ਦਾ ਅਰਥ ਆਪਣੇ ਆਪ ਨੂੰ ਝੁਕਾ ਦੇਣਾ। ਹਜ਼ੂਰ ਨੇ ਬਚਨ ਕੀਤੇ ਭਾਈ ਸਾਹਿਬ ਨੇ ਕਿ ਨੌਨਿਧ ਨਾਮ ਗਰੀਬੀ ਪਾਈ। ਜਿੰਨੀ ਬਾਣੀ ਤੁਸੀਂ ਪੜ੍ਹੋਗੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਵਿਦਵਾਨ ਕੋਲ ਜਿਉਂ-ਜਿਉਂ ਅੱਖਰ ਇਕੱਠੇ ਹੋਣਗੇ, ਤਿਉਂ-ਤਿਉਂ ਹੰਕਾਰ ਦੇ ਸ਼ਿਖਰ ਨੂੰ ਚੜ੍ਹੇਗਾ, ਪਰ ਜਿਉਂ-ਜਿਉਂ ਕਿਸੇ ਨੂੰ ਭਗਤੀ ਦੀ ਦਾਤ ਮਿਲੇਗੀ, ਉਹ ਐਸਤਾ-ਐਸਤਾ ਝੁਕਣਾ ਸ਼ੁਰੂ ਕਰ ਦੇਵੇਗਾ। ਅੱਖਰਾਂ ਵਾਲਾ ਹੰਕਾਰੀ ਹੋ ਜਾਂਦਾ ਹੈ, ਪਰ ਅੱਖਰਾਂ ਨੂੰ ਪੜ੍ਹ ਕੇ ਜੀਵਨ ਕਮਾਉਣ ਵਾਲਾ ਅੰਦਰੋਂ ਝੁਕ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸੇ ਸੰਬੰਧੇ ਬਾਣੀ 'ਚ ਕੁਝ ਸਾਨੂੰ ਸਮਝਾਇਆ ਹੈ। ਸਤਿਗੁਰੂ ਕਹਿੰਦੇ ਨੇ ਜਿੱਥੇ ਨਿਮਰਤਾ ਉਹ ਸਭ ਕੁਝ ਲੈ ਜਾਂਦਾ ਹੈ। ਮੈਂ 3-4 ਉਦਾਹਰਨਾਂ ਹੋਰ ਬਾਣੀ 'ਚੋਂ ਦਿਆਂਗਾ, ਪਰ ਇਹਦੇ ਨਾਲ ਅਰਦਾਸ ਵੀ ਕਰੀਏ ਕਿ ਸਤਿਗੁਰੂ ਸਾਨੂੰ ਅਪਰਾਧੀਆਂ ਵਾਲਾ ਝੁਕਣਾ ਨਾ ਦਈ, ਸਾਨੂੰ ਕਪਟ ਵਾਲਾ ਝੁਕਣਾ ਨਾ ਦਈ, ਕਿਉਂਕਿ ਅੱਜ ਦੋਨੋਂ ਪੱਖ ਆਉਣੇ ਨੇ ਕਿ ਕਪਟ ਰੱਖ ਕੇ ਝੁਕਣਾ ਤੇ ਸੱਚੀ ਮੁੱਚੀ ਅੰਦਰੋਂ ਝੁਕ ਜਾਣਾ। ਬਾਬਾ ਫਰੀਦ ਸਾਹਿਬ ਦੇ 3 ਬਚਨ ਅਸੀਂ ਲੈ ਲੈਨੇ। ਹੁਣ ਆਪਾਂ ਬੈਠਨੇ ਆ, ਗੁਰੂ ਘਰਾਂ ਵਿੱਚ ਦਰੀਆਂ ਨੇ, ਕਾਰਪੈਟ ਨੇ, ਗਲੀਚੇ ਵਿਛੇ ਨੇ, ਪਰ ਅਜੇ ਵੀ ਕਈ ਥਾਵਾਂ ਪਿੰਡਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਹੜੇ ਨੇ ਦੱਬ ਨੂੰ ਵੱਢ ਕੇ ਨਾ ਉਹਦੀਆਂ ਚਟਾਈਆਂ ਬਣਾਉਂਦੇ ਨੇ। ਚਟਾਈ ਲੋਕ ਘਰਾਂ 'ਚ ਵਰਦੇ ਹੁੰਦੇ ਸਨ ਜਾਂ ਸਭ ਬਣਾਉਂਦੇ ਨੇ। ਹੁਣ ਦੱਬ ਜਿਹੜੀ ਏ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਦੱਬ ਜਿਹੜੀ ਏ ਉਹ ਨਦੀਆਂ ਦੇ ਚੋਆਂ ਦੇ ਕਿਨਾਰਿਆਂ ਤੇ ਹੁੰਦੀ। ਜਿਹੜੇ ਉਹਦੀਆਂ ਸਫਾਂ ਬਣਾਉਂਦੇ ਨੇ, ਉਹ ਪਹਿਲਾਂ ਦੱਬ ਨੂੰ ਇੱਕ ਬੰਦਾ ਕੱਟ ਕੇ ਲਿਆਉਂਦਾ ਤੇ ਦੂਸਰਾ ਉਹਦੀ ਸਭ ਬਣਾਉਣ ਤੋਂ ਪਹਿਲਾਂ ਉਸ ਦੱਬ ਦੇ ਜਿੰਨੇ ਤੀਲੇ ਨੇ, ਜਿੰਨੇ ਕੱਖ ਨੇ, ਉਹਨਾਂ ਨੂੰ ਜ਼ਮੀਨ ਦੇ ਉੱਤੇ ਖਿਲਾਰ ਦਿੰਦੇ ਨੇ। ਅਕਸਰ ਦੇਖਿਆ ਹੋਣਾ, ਜਿੱਥੇ ਲੋਕਾਂ ਦਾ ਲਾਂਘਾ ਹੁੰਦਾ ਹੈ, ਲੋਕ ਲੰਘਦੇ ਨੇ, ਉੱਥੇ ਦੱਬ ਉਹਨਾਂ ਨੇ ਖਿਲਾਰੀ ਹੁੰਦੀ। ਉੱਥੇ ਪਸ਼ੂ ਵੀ ਉਹਨਾਂ ਨੂੰ ਪੈਰਾਂ ਨਾਲ ਲਤਾੜਦੇ ਨੇ। ਕਈ ਵਾਰੀ ਉਹਨਾਂ ਨੂੰ ਇਨਸਾਨ ਵੀ ਪੈਰਾਂ ਨਾਲ ਲਤਾੜਦੇ ਨੇ, ਕਿ ਉਹਨੂੰ ਕੁੱਟਦੇ ਵੀ ਨੇ, ਉਹਨੂੰ ਲਤਾੜਦੇ ਵੀ ਨੇ। ਪਰ ਜਦੋਂ ਚੰਗੀ ਤਰ੍ਹਾਂ ਉਹ ਨਰਮ ਹੋ ਜਾਂਦਾ ਹੈ, ਫਿਰ ਉਸ ਦੱਬ ਦੀ ਚਟਾਈ ਬਣਾਉਂਦੇ ਨੇ। ਤੇ ਉਹ ਬਣਾਈ ਕੋਈ ਚਟਾਈ ਜਿਹੜੀ ਦੱਬ
ਚੋਵਾਂ ਦੇ ਨਦੀਆਂ ਦੇ ਕਿਨਾਰਿਆਂ ਤੇ ਉੱਗੀ, ਜਿਹੜੀ ਲੋਕਾਂ ਨੇ ਕੱਟੀ ਉਹਨਾਂ ਨੂੰ ਪੈਰ ਦੇ ਨਾਲ ਚੰਗੀ ਤਰ੍ਹਾਂ ਲਤਾੜਿਆ, ਮਿੱਧਿਆ, ਉਹਦੀ ਸਭ ਚਟਾਈ ਬਣਾ ਕੇ ਉਹਨੂੰ ਧਰਮਸ਼ਾਲਾ 'ਚ ਲਿਆ ਕੇ ਵਿਛਾ ਦਿੱਤਾ। ਉਹਨੂੰ ਮਸੀਤ ਵਿੱਚ ਮੁਸਲਮਾਨ ਵੀਰ ਲੈ ਗਏ ਨਮਾਜ਼ ਪੜ੍ਹਨ ਦੇ ਲਈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਆਓ ਲੋਕੋ ਮੈਂ ਦੱਸਾਂ ਨਿਮਰਤਾ ਕੀ ਚੀਜ਼ ਹੈ। ਇਹ ਦੱਬ ਦਾ ਪੇਡਾ ਜਿਹੜਾ ਹੰਕਾਰ 'ਚ ਖਲੋਤਾ ਸੀ, ਜਦੋਂ ਕੱਟਿਆ ਗਿਆ, ਲਤਾੜਿਆ ਗਿਆ, ਇਹਦੀ ਚਟਾਈ ਬਣੀ, ਉਹਨੂੰ ਮੰਦਰ ਵਿੱਚ, ਗੁਰਦੁਆਰੇ ਵਿੱਚ, ਮਸਜਿਦ ਵਿੱਚ ਵਿਛਾਇਆ, ਤੇ ਉਸ ਚਟਾਈ ਦੇ ਨਾਲ ਜਿਹੜੀ ਮਿੱਟੀ ਲੱਗੀ ਉਹਨੂੰ ਲੋਕ ਆਪਣੇ ਹੱਥਾਂ ਨਾਲ ਚੁੱਕ ਕੇ ਮੱਥੇ ਤੇ ਲਾਉਣ ਲੱਗ ਪਏ। ਜੇ ਦੱਬ ਨੇ ਲੋਕਾਂ ਦੇ ਪੈਰਾਂ ਨੂੰ ਦੇ ਵਿੱਚ ਰਹਿ ਕੇ ਆਪਣਾ ਆਪ ਮਾਰ ਦਿੱਤਾ, ਉਹ ਧਰਮ ਅਸਥਾਨ ਤੇ ਪ੍ਰਵਾਨ ਹੋ ਗਈ। ਜਿਨੇ ਪਿਆਰਿਓ ਆਪਣੀ ਮੈਂ ਨੂੰ ਮਾਰ ਕੇ ਨਿਮਰਤਾ ਧਾਰਨ ਕਰ ਲਈ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ। ਬਾਬਾ ਸਾਹਿਬ ਨੇ ਉਦਾਹਰਨ ਦਿੱਤੀ ਕਿ ਫਰੀਦਾ ਥਿਓ ਪਵਾਹੀ ਦੱਬ। ਪਵਾਹੀ ਦਾ ਅਰਥ ਹੁੰਦਾ ਰਸਤਾ ਪਿਆ, ਪਲਾਟੀ ਸ਼ਬਦ ਵੀ ਵਰਤਨੇ। ਕਹਿੰਦੇ ਨੇ ਮਨਾ ਰਸਤੇ ਦੀ ਦੱਬ ਬਣ ਜਾ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਜੇ ਤੂੰ ਚਾਹੁੰਦਾ ਮੈਂ ਸਾਈਂ ਨੂੰ ਸਾਰਿਆਂ ਥਾਵਾਂ ਤੇ ਦੇਖਾਂ, ਤੇ ਦੱਬ ਦੀ ਤਰ੍ਹਾਂ ਆਪਣੀ ਕੌਮੇ ਨੂੰ ਮਾਰ ਦੇ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਇੱਕ ਛਿਜੈ, ਇਹਦਾ ਅਰਥ ਇੱਕ ਕੱਟ ਰਿਹਾ ਹੈ। ਇੱਕ ਛਿਜੈ ਬਿਆ ਲਤਾੜੀਐ, ਦੂਜਾ ਉਹਨੂੰ ਪੈਰਾਂ ਨਾਲ ਲਤਾੜਦਾ। ਤੇ ਮਹਾਰਾਜ ਕਹਿੰਦੇ ਨੇ ਇੰਨੀ ਨਿਮਰਤਾ ਵਾਲਾ ਤਾਂ ਸਾਈਂ ਦਾ ਦਰ ਵਾੜੀਐ। ਸਾਈਂ ਦਾ ਦਰ ਅਰਥ ਧਰਮਸ਼ਾਲਾ ਕਹਿ ਲੋ, ਮਸਜਿਦ ਕਹਿ ਲੋ। ਕਹਿੰਦੇ ਨੇ ਜਿਵੇਂ ਇਹ ਦੱਬ ਕੱਟਿਆਂ ਕੁੱਟਿਆਂ ਲਤਾੜਿਆਂ ਸਾਈਂ ਦੇ ਅਸਥਾਨ ਤੇ ਪ੍ਰਵਾਨ ਹੋ ਜਾਂਦੀ ਏ, ਨਿਮਰਤਾ ਵਾਲਾ ਬੰਦਾ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਇੱਕ ਛਿਜੈ ਬਿਆ ਲਤਾੜੀਐ, ਤਾਂ ਸਾਈਂ ਦਾ ਦਰ ਵਾੜੀਐ। ਇੱਥੇ ਵੀ ਨਿਮਰਤਾ ਦਾ ਪ੍ਰਤੀਕ ਹੈ। ਦੂਜੀ ਬੇਨਤੀ ਇੱਕ ਹੋਰ ਮੈਂ ਆਪ ਜੀ ਨੂੰ ਕਰਨਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਬਾਬਾ ਫਰੀਦ ਸਾਹਿਬ ਦੀ ਸਿਰਫ ਅੱਜ ਦਾ ਵਿਸ਼ਾ ਹੈ। ਅੰਦਰ ਦੀ ਨਿਮਰਤਾ, ਝੁਕਣਾ ਪ੍ਰਵਾਨ ਹੈ, ਪਰ ਕਪਟ ਰੱਖ ਕੇ ਕੱਲਾ ਸਰੀਰ ਦਾ ਝੁਕਣਾ ਪ੍ਰਵਾਨ ਰੱਖੇ, ਅੰਦਰ ਵੀ ਸਾਡਾ ਝੁਕਿਆ ਹੋਵੇ। ਬਾਬਾ ਸਾਹਿਬ ਦਾ ਦੂਸਰਾ ਬਚਨ ਹੈ, ਉਹ ਕਹਿੰਦੇ ਨੇ ਬਾਰਿਸ਼ ਹੁੰਦੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਬਾਰਿਸ਼ ਜ਼ਿਆਦਾਤਰ ਪਹਾੜੀ ਇਲਾਕੇ, ਜਿੱਥੇ ਪਹਾੜ ਨੇ ਉੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ, ਬਾਰਿਸ਼ ਕਾਫੀ ਹੁੰਦੀ, ਪਰ ਪਹਾੜਾਂ ਦੀ ਚੋਟੀ ਫਿਰ ਵੀ ਸੁੱਕੀ ਦੀ ਸੁੱਕੀ ਰਹਿ ਜਾਂਦੀ। ਮੀਂਹ ਉੱਥੇ ਜ਼ਿਆਦਾ ਪੈ ਰਿਹਾ ਪਰ ਹੈ ਖਾਲੀ ਖੁਸ਼ਕ ਸੁੱਕੀ, ਕਿਉਂਕਿ ਉੱਚੀਆਂ ਥਾਵਾਂ ਕੋਲ ਮੀਂਹ ਪੈਂਦਾ ਪਰ ਪਾਤਰਤਾ ਨਹੀਂ ਪਾਣੀ ਨੂੰ ਟਿਕਾਣ ਦੀ। ਟਿੱਬਾ ਕਦੀ ਪਾਣੀ ਨਾਲ ਭਿੱਜਾ ਦੇਖਿਆ? ਉੱਚੀਆਂ ਥਾਵਾਂ ਤੇ ਬਾਰਿਸ਼ ਹੋਵੇਗੀ ਪਰ ਪਾਣੀ ਉੱਚੀ ਥਾਂ ਤੋਂ ਰੁੜ ਕੇ ਨੀਵੀਂ ਥਾਂ ਤੇ ਚਲਾ ਜਾਏਗਾ। ਬਾਬਾ ਸਾਹਿਬ ਨੇ ਬਚਨ ਕੀਤਾ, ਜਿਵੇਂ ਮੀਂਹ ਪੈਣ ਤੋਂ ਬਾਅਦ ਟਿੱਬੇ ਖਾਲੀ ਦੇ ਖਾਲੀ ਰਹਿ ਜਾਂਦੇ ਨੇ, ਜਿਹੜੇ ਬੰਦੇ ਧਨ ਦਾ, ਜਵਾਨੀ ਦਾ, ਪੈਸੇ ਦਾ, ਕਰਮਾਂ ਦਾ, ਸੁਹਾਪਣ ਦਾ, ਸਿਆਣਪ ਦਾ ਹੰਕਾਰ ਕਰਦੇ ਨੇ, ਸੱਚ ਇਹ ਵੇ ਕਿ ਬੰਦੇ ਇਸ ਤਰ੍ਹਾਂ ਬਾਣੀ ਤੋਂ ਖਾਲੀ ਰਹਿ ਜਾਂਦੇ ਨੇ, ਜਿਵੇਂ ਮੀਂਹ ਪੈਣ ਤੋਂ ਬਾਅਦ ਟਿੱਬਾ ਪਾਣੀ ਤੋਂ ਖਾਲੀ ਰਹਿ ਜਾਂਦਾ ਹੈ। ਬਾਬਾ ਸਾਹਿਬ ਦਾ ਇਹ ਵੀ ਸ਼ਲੋਕ ਨਿਮਰਤਾ ਬਾਰੇ, ਇਹ ਬਚਨ ਕਹੇ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ। ਗਰਭ ਦਾ ਅਰਥ ਤੇ ਹੰਕਾਰ, ਜਿਨ੍ਹਾਂ ਨੂੰ ਇਹ ਹੰਕਾਰ ਬੜਾ ਹੈ ਕਿ ਮੇਰੀ ਵਡਿਆਈ ਬਹੁਤ ਹੈ, ਕਿ ਮੇਰੀ ਉਪਮਾ, ਮੇਰਾ ਸਤਕਾਰ, ਮੇਰਾ ਮਾਨ ਬਹੁਤ ਹੈ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਇੱਕ ਤਾਂ ਆਪਣੀ ਵਡਿਆਈ ਦਾ ਹੰਕਾਰ, ਤੇ ਦੂਸਰਾ ਮਹਾਰਾਜ ਕਹਿੰਦੇ ਧਨ ਜੋਬਨ ਆਗਾਹ, ਮੇਰੇ ਕੋਲ ਦੌਲਤ ਹੈ। ਆਪਣੀ ਜਵਾਨੀ ਦਾ ਹੰਕਾਰ, ਵਡਿਆਈ ਦਾ, ਜਵਾਨੀ ਦਾ ਤੇ ਪੈਸੇ ਦਾ ਹੰਕਾਰ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਤੇ ਮਹਾਰਾਜ ਕਹਿੰਦੇ ਖਾਲੀ ਚੱਲੇ ਧਣੀ ਸਿਓ। ਇੱਥੇ ਧਣੀ ਦਾ ਅਰਥ ਹੈ ਖਸਮ, ਪਰਮਾਤਮਾ ਵਾਹਿਗੁਰੂ। ਉਦਾਹਰਨ ਭਾਵੇਂ ਮੀਂਹ ਦੀ ਤੇ ਟਿੱਬੇ ਦੀ ਦਿੱਤੀ, ਪਰ ਭਾਵ ਅਰਥ ਪ੍ਰਭੂ ਦੇ ਨਾਮ ਨੂੰ ਜਪਣ ਵਾਲਾ ਜਿਹੜਾ ਨਿਮਰਤਾ 'ਚ ਰਹੇਗਾ। ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉਂ ਮੀਆਂ ਹਾਂ। ਜਿਵੇਂ ਮੀਂਹ ਪੈਣ ਤੋਂ ਬਾਅਦ ਟਿੱਬਾ ਫਿਰ ਖਾਲੀ ਦਾ ਖਾਲੀ ਰਹਿ ਜਾਂਦਾ ਹੈ, ਕਈ ਵਾਰੀ ਹੰਕਾਰੀ ਬੰਦਾ ਬਾਣੀ ਦੀ ਬਾਰਿਸ਼ ਵਿੱਚ ਵੀ ਖਾਲੀ ਦਾ ਖਾਲੀ ਰਹਿ ਜਾਂਦਾ, ਕਿਉਂਕਿ ਉਹਨੂੰ ਹੰਕਾਰ ਹੈ ਦੌਲਤ ਦਾ। ਇਸੇ ਕਰਕੇ ਜਦੋਂ ਅਸੀਂ ਆ ਪੜ੍ਹਦੇ ਹਾਂ ਹਜ਼ੂਰ ਦੀ 12ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ, ਉਹ ਸਾਰੀ
ਹੰਕਾਰ ਤੇ ਨਿਮਰਤਾ ਦੀ ਸੂਚਨਾ ਦਿੰਦੀ। ਜਿਵੇਂ ਸਾਹਿਬ ਦੇ ਬਚਨ ਨੇ, ਸੁਖੀ ਬਸੈ ਮਸਕੀਨੀਆਂ। ਮਸਕੀਨ ਦਾ ਵੈਸੇ ਆਖਰੀ ਅਰਥ ਫਾਰਸੀ ਦਾ ਲਫ਼ਜ਼ ਹੈ ਮਸਕੀਨ। ਮਸਕੀਨ ਦਾ ਅਰਥ ਹੈ ਨਿਮਰਤਾ ਵਾਲਾ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਮਸਕੀਨ ਦਾ ਅਰਥ ਨਿਮਰਤਾ। ਇਸੇ ਕਰਕੇ ਬਾਬਾ ਸਾਹਿਬ ਨੇ ਇੱਕ ਸ਼ਬਦ ਵਰਤਿਆ ਨਾਮਦੇਵ ਜੀ ਨੇ ਕਿ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ। ਮਸਕੀਨ ਦਾ ਅਰਥ ਹੈ ਹਲੀਮੀ ਵਾਲਾ। ਮਸਕੀਨ ਦਾ ਅਰਥ ਹੈ ਨਿਮਰਤਾ ਵਾਲਾ। ਮਸਕੀਨ ਦਾ ਅਰਥ ਹੈ ਸੱਚਮੁੱਚ ਅੰਦਰੋਂ ਝੁਕਿਆ ਹੋਇਆ। ਸੁਖੀ ਬਸੈ ਮਸਕੀਨੀਆਂ, ਇਹਦਾ ਅਰਥ ਹੈ ਹਲੀਮੀ ਵਾਲਾ, ਨਿਮਰਤਾ ਵਾਲਾ, ਗਰੀਬੀ ਵਾਲਾ। ਉਹ ਸੁਖੀ ਵਸਦਾ ਹੈ। ਤੇ ਸੱਚਮੁੱਚ ਜੇ ਜਿਹੜਾ ਬੰਦਾ ਮੰਨ ਲਓ ਕੋਠੇ ਦੀ ਛੱਤ ਤੇ ਤੁਰਦਾ ਪਿਆ, ਉਹਦੇ ਲਈ ਖਤਰਾ ਹੈ ਡਿੱਗੇਗਾ। ਉਹਨੂੰ ਡਰ ਹੈ। ਆਪਾਂ ਕਹਾਂਗੇ ਜਦੋਂ ਮਕਾਨ ਦੀ ਛੱਤ ਤੇ ਵੀ ਕੋਈ ਤੁਰਦਾ ਹੋਵੇ, ਆਪਾਂ ਕਹਾਂਗੇ ਨਿਆਣੇ ਨੇ ਵੀ ਧਿਆਨ ਨਾਲ ਸੁਣਿਓ, ਧਿਆਨ ਨਾਲ ਚੱਲਿਓ, ਕਿਤੇ ਡਿੱਗ ਨਾ ਪਿਆ ਜੇ। ਜਿਹੜਾ ਬੰਦਾ ਰੁੱਖ ਤੇ ਚੜਿਆ, ਉਹਦੇ ਲਈ ਖਤਰਾ, ਹੱਥ ਧਿਆਨ ਨਾਲ ਪਕੜੀ, ਕਿਤੇ ਡਿੱਗ ਨਾ ਪਈ। ਪਿਆਰਿਓ, ਉੱਚੇ ਵਾਸਤੇ ਖਤਰਾ, ਡਿੱਗ ਨਾ ਪਈ। ਜਿਹੜਾ ਜ਼ਮੀਨ ਤੇ ਲੇਟਿਆ, ਉਹਦੇ ਲਈ ਕਾਹਦਾ ਖਤਰਾ ਹੈ? ਜ਼ਮੀਨ ਤੇ ਲੇਟੇ ਨੂੰ ਕੋਈ ਖਤਰਾ ਨਹੀਂ। ਖਤਰਾ ਤਾਂ ਉਹਨੂੰ ਹੈ, ਡਰ ਉਹਨੂੰ ਹੈ ਜੋ ਉੱਪਰ ਹੈ। ਉੱਤੇ ਦੇ ਡਿੱਗਣ ਦਾ ਖਤਰਾ ਹੈ, ਤੇ ਡਿੱਗੇ ਹੋਏ ਨੇ ਹੋਰ ਕੀ ਡਿੱਗਣਾ ਹੈ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਉੱਚਾ ਚੜ੍ਹੈ ਸੋ ਪਵੈ ਪਿਆਲਾ। ਪਿਆਲ ਦਾ ਅਰਥ ਰਸਾਤਲ। ਜਿਹੜਾ ਹੰਕਾਰ ਵਿੱਚ ਉੱਚਾ ਚੜ੍ਹੇਗਾ, ਇੱਕ ਦਿਨ ਡਿੱਗੇਗਾ। ਤਰਨ ਪੜੈ ਤਿਸ ਲੱਗੈ ਨਕਾਲਾ। ਫਿਰ ਜ਼ਮੀਨ ਦੇ ਉੱਤੇ ਵਿਛ ਗਿਆ। ਪਿਆਰਿਓ, ਉਹਨੂੰ ਹੋਰ ਕਿਸੇ ਨੇ ਕੀ ਕਹਿ ਲੈਣਾ? ਨਿਮਰਤਾ ਵਾਲੇ ਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਉੱਚੇ ਨੂੰ ਡਾਰੇ ਤਿਲਕਣ ਦਾ, ਡਿੱਗਣ ਦਾ, ਨੀਵੇਂ ਨੂੰ ਨਹੀਂ। ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਸੁਖੀ ਬਸੈ ਮਸਕੀਨੀਆਂ, ਨਿਮਰਤਾ ਵਾਲਾ ਅਤ ਦਾ ਸੁਖੀ। ਕਿਉਂ ਸੁਖੀ ਹੈ ਜੀ? ਆਪ ਨਿਵਾਰ ਤਲੇ, ਉਹਨੇ ਆਪਣਾ ਆਪ ਮਿਟਾ ਦਿੱਤਾ ਹੈ। ਆਪਣਾ ਆਪਾ ਉਹਨੇ ਜਨਾਇਆ ਨਹੀਂ। ਸੱਚ ਇਹ ਵੇ, ਆਪ ਨਿਵਾਰ ਦਾ ਅਰਥ ਇਹ ਨਹੀਂ ਕਿ ਹੋਂਦ ਖਤਮ ਹੋ ਜਾਂਦੀ। ਆਪਣੀ ਖੌਮੇ ਨੂੰ ਮਿਟਾ ਦਿੱਤਾ। ਉਸ ਖੌਮੇ ਨੂੰ ਮਿਟਣ ਤੋਂ ਬਾਅਦ ਜਿਹੜੀ ਨਿਮਰਤਾ ਵਿੱਚੋਂ ਜ਼ਿੰਦਗੀ ਨਿਕਲਦੀ ਏ, ਪਿਆਰਿਓ, ਉਹ ਜ਼ਿੰਦਗੀ ਲੋਕਾਂ ਦਾ ਭਲਾ ਕਰਦੀ ਹੈ। ਮੈਨੂੰ ਯਾਦ ਹੈ ਇਕਬਾਲ ਨੇ ਇੱਕ ਸ਼ੇਰ ਕਿਹਾ ਸੀ, ਉਰਦੂ ਲਫ਼ਜ਼ ਨੇ ਆਪ ਸੂਝਵਾਨ ਕੋ। ਉਹ ਲਫ਼ਜ਼ ਨੇ कहने लगे, मिटा दे अपनी हस्ती को अगर कुछ मर्तबा चाहे। कि जे तू चाहना मैं जिंदगी विच किते उच्चा उठा, ते उच्चा उठन दा अर्थ ते हंकार नहीं। मिटा दे अपनी हस्ती को अगर कुछ मर्तबा चाहे, कि दाना खाक में मिलकर गुले गुलजार होता। कहते जेड़ा दाना मिट्टी च मिलेगा, ਉਹਦੇ ਵਿੱਚੋਂ ਫੁੱਲ ਤੇ ਫਲ ਨਿਕਲਣਗੇ। ਚੇਤੇ ਰੱਖੋ, ਦਾਣਾ ਆਪਣੀ ਖੋਂਦ ਛੱਡਦਾ ਤੇ ਉਹਦੇ ਵਿੱਚੋਂ ਫਲ ਪੈਦਾ ਹੁੰਦਾ ਹੈ। ਜਿਹੜਾ ਬੰਦਾ ਆਪਣੀ ਖੋਂਦ ਨੂੰ ਛੱਡੇਗਾ, ਸੱਚ ਇਹ ਵੇ ਉਹਦੇ ਵਿੱਚੋਂ ਪਰਮਾਤਮਾ ਦੀ ਬੰਦਗੀ ਦਾ ਫਲ ਪੈਦਾ ਹੋਵੇਗਾ। ਮਿਟਾ ਦੇ ਆਪਣੀ ਹਸਤੀ को अगर कुछ मर्तबा चाहे, कि दाना खाक में मिलकर गुले गुलजार होता। दाना जमीन च मिल के कुछ बनता, उस तो बिना नहीं। सतगुरु कह रहे सुखी बसै मस्कीनियां, आप निवार तले बड़े बड़े अहंकारिया सिमल रुख सरायरा। बड़े बड़े अहंकारिया नानक गर्भ गले। अगे बचन है, जिसका अंतर राज अभिमान, सो नरक पाती होवत सुहान। देखो दोनों पक्ष रख दिते। सिमल वाला रोके अहंकार दा प्रतीक, जिसका अंतर राज अभिमान, सो नरक पाती होवत सुहान। जो जानै मैं जोबनवंत, सो होवत बिष्टा का जंत। आपस को कर्मवंत कहावै, जन्म मरै वो जोन परमावै। धन भूम का जो करे गुमान, आ सिमल है सब कुछ। धन भूम का जो करे गुमान। महाराज कहते वो बंदा हंकारी, आधा मूर्ख अज्ञानी, ओनू समझ कोई नहीं। सो मूर्ख अंधा अज्ञान, कर कृपा जिसका हृदय गरीबी वसावे। जिसे अंदर तू निमरता वसा दे। जोबन गंदगी का कीड़ा है, अपने आप नू चंगे कही जाना वो किसे लेखे नहीं।
कर कृपा जिसकै हृदय गरीबी बसावै, नानक इयां मुकत आगे सुख पावै। जिस उपर तेरी किरपा हो जाए, जिस नूं तुसीं तरस करके अंदर दी निमरता गरीबी दी दात दे दिओ, मेरे वाहिगुरू जी इत्थे भी मुकत तेरी दरगाह दे विच उहनूं सुख मिलदा। मैं बेनती कर रहा, बाबा फरीद साहब ने ये शब्द वरते ने, फिर मैं दोहरा देना कि नीवियां थावां ते पानी खलोंदा है, टिब्बे खाली दे खाली रह जाते हैं। इसे बचन नूं सतगुरु जी की बाणी विच बाबा साहब दे एक सुहागन दे, चलो वो भावें असी आनंद कारज वेले ये सलोक सुना देने, है तो प्रश्नोत्तरी ना, प्रश्नां दे उत्तर ने। सतगुरु सवाल करते हैं कि भैणे वो किहड़े 3 गुण ने जिन्हां नाल साईं रीझ जांदा है। वो प्रश्न है, कवन सो अखर, कवन गुण, कवन सो मनिया मंत। वो किहड़े अखर ने, किहड़ी सिक्ख्या है, किहड़े गुण ने ते किहड़ा श्रोमणी मंत्र है जिन्हों धारण करन दे नाल प्रभु खुश हो जाता है। कवन सो अखर, कवन गुण, कवन सो मनिया मंत, कवन सो वेसो खौ करी, जित वस आवे कंत केड़ा वेस करा। फिर सतगुरु जिहड़ा गुण दसदे ने, सब तो पहला गुण निमरता दसदे ने। निमन सो अखर, जिन्हों अंदरों झुकन की जाच आ जाए। दूजा खमन गुण, खमन का कईयां ने अर्थ किया है सहार लेना, खमन का अर्थ है खिमा भी कर देना। जिस कोल झुकन का गुण कह, निमन सो अखर खमन गुण, जे वा मणिया मंत, जबान तो मिठा बोलदा है। ते महाराज कहते ने ये 3 भैणे वेस कर तां वस आवी, कंत साईं तां वस आएगा, जे तेरे कोले 3 गुण होणगे। फिर बेनती सुनियो, मैं अर्ज कर लगा, अज सतगुरु ने निमरता की गल की, पर अंतरी भी निमरता, सच्ची निमरता, पखंड वाला चुकना नहीं, पखंड वाली निमरता नहीं, वखावे दा चुकना नहीं। हजूर सच्चे पातशाह महाराज कहते जेड़ा बंदा अपने आप नूं मिटा के निमरता विच रहिंदा, ये पक्की गल जे कि जेड़ा थां थां ते कहंदा सी तां निमरता च रहिंदे, वो बंदा छक्की हुंदा है। जेड़ा बंदा प्यारे झुक जांदा, उहनूं कहण दी लोड़ नहीं पैंदी। ते मैं एक बार अर्ज कीती सी कि झुकण तो बिना पल्ले भी कुछ नहीं पैना। हंकारी बंदे कदी कुछ नहीं जे लै सके। प्यास लगी होवे, त्रे लगी होवे, पानी दा खूह भरिया होवे, दरिया भरिया होवे, सीधी गल लै लो जी, नलका पानी कढ़दा होवे ते बंदा आकड़ के दरिया दे कंढे खलो के कह मैनूं प्यास तां लगी है, ना मैं झुकना, ना मैं अपना बुक बनाना है। नलके विचों भी पानी दा घुट ओहदे मूँह च जाएगा जिन्हों झुक के बुक बनाने की जाच है। खूह विचों भी पानी दियां बूंदां ओहदे मूँह च भी जाणगियां जिन्हों झुक के पानी पीण दी जाच है। सच ए वे सतगुरु तां बख्शिश दा दरिया वरतांदे ने, तो थोड़ा जिहा झुक जा, झुकण वाले दा अंदर जिहड़ा वो तृप्त हो जाता है। हजूर सच्चे पातशाह महाराज जी ने यही बचन कीते, कहन लगे आपस को जो भला कहावै, तिसां भलाई निकट ना आवे। ਉਹਦੇ नेड़े भलाई नहीं, पर दूसरा बचन किया महाराज जी ने, कहन लगे आपस को जो जाने नीचा, अंदर दी निमरता, सोई सो गणिए सब ते उच्चा, सब तो उच्चा है जिन्हों परमात्मा ने सचमुच अंदर दो झुकन की दात दी। अज जिहड़ा शलोक विचार अधीन है, इस दे भाव अर्थ, ये अखरी अर्थ, क्योंकि मेरा मकसद सिर्फ इन्ना है कि जो शलोक पौड़ियां पढ़ रहे हैं इसका अर्थ की है। शुरुआत है जी कि शलोक महला पहला, आदि गुरु नानक साहब जी का शलोक है। पहला अखरी अर्थ करांगा, फिर इसका भाव अर्थ, ये क्यों शब्द चुनिया। बचन है सिमल, टिप्पी लगी है सस्से दे उत्ते, मम्मे ते सत्ते दे समेल च सिमल रुख
ਸਿੰਮਲ ਦਾ ਅਰਥ ਸੌਖਾ ਜੀ, ਸਿੰਮਲ ਰੁੱਖ ਦਾ ਨਾਮ ਹੈ, ਦਰਖਤ। ਸਰਾਇਰਾ ਪਾਠ ਹੈ, ਸਰਾਇਰਾ, ਪਰ ਇਹਦਾ ਸੰਧੀ ਛੇਦ ਪਾਠ ਬਣੇਗਾ ਸਰ ਆਇਰਾ। ਸਰ ਦਾ ਅਰਥ ਹੈ ਤੀਰ, ਆਇਰਾ ਦਾ ਅਰਥ ਹੈ ਵਰਗਾ। ਸਿੰਮਲ ਰੁੱਖ ਸਰਾਇਰਾ, ਇਹਦਾ ਅਰਥ ਹੈ ਸਿੱਧਾ ਲੰਮਾ ਜਾਣ ਵਾਲਾ। ਮੈਂ ਅਰਜ਼ ਕੀਤੀ ਸਰ ਦਾ ਅਰਥ ਤੀਰ, ਆਇਰਾ ਦਾ ਅਰਥ ਹੈ ਵਰਗਾ। ਸਿੰਮਲ ਰੁੱਖ ਸਰਾਇਰਾ, ਸਿੰਬਲ ਦਾ ਪੇਡਾ, ਸਿੰਬਲ ਦਾ ਰੁੱਖ ਇਸ ਤਰ੍ਹਾਂ ਸਿੱਧਾ ਹੈ ਜਿਵੇਂ ਤੀਰ ਸਿੱਧਾ ਹੁੰਦਾ ਹੈ। ਹਾਂ, ਅੱਜ ਕੱਲ੍ਹ ਇੱਥੇ ਮਿਲਦਾ ਨਹੀਂ ਸਿੰਬਲ ਦਾ ਪੇਡਾ, ਪਰ ਕਦੀ ਅੰਮ੍ਰਿਤਸਰ ਲਾਰਾਂਸ ਰੋਡ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕੋਠੀ ਜਾਣ ਦਾ ਜੇ ਮੌਕਾ ਮਿਲੇ ਨਾ, ਉੱਥੇ ਸਿੰਬਲ ਦਾ ਇੱਕ ਰੁੱਖ ਬਹੁਤ ਵੱਡਾ ਹੈ। ਮੈਂ ਤਕਰੀਬਨ ਹਰ ਸਾਲ ਉੱਥੇ ਕਥਾ ਕਰਨ ਜਾਂਦਾ, ਉਹਨਾਂ ਦੀ ਕੁਟੀਆ ਵਿੱਚ। ਹੁਣ ਵੀ ਜਾਣਾ ਥੋੜ੍ਹੇ ਦਿਨਾਂ ਨੂੰ, ਪਰ ਉੱਥੇ ਮੈਂ ਦੇਖਿਆ ਕਈ ਤਰ੍ਹਾਂ ਦੇ ਪੇਡੇ। ਸਿੰਬਲ ਦਾ ਰੁੱਖ ਬੜਾ ਮੋਟਾ ਹੈ ਤੇ ਉੱਚਾ ਕਾਫੀ ਹੈ। ਇਹਦਾ ਅਰਥ ਸਿਰਫ ਮੈਂ ਕਰ ਲੱਗਾ, ਸਿੰਬਲ ਦਾ ਰੁੱਖ ਤੀਰ ਵਰਗਾ ਸਿੱਧਾ ਹੈ। ਸਿੰਬਲ ਰੁੱਖ ਸਰਾਇਰਾ, ਅਤ ਦੀਰਘ, ਅਤ ਮੁੱਛ, ਤੀਰ ਵਰਗਾ ਲੰਮਾ ਹੈ। ਦੀਰਘ ਦਾ ਅਰਥ ਹੈ ਵੱਡਾ ਵੀ ਹੈ, ਤੇ ਮੁੱਛ ਦਾ ਅਰਥ ਹੈ ਉਹ ਫੈਲਾਓ ਕਰਕੇ ਵੀ ਮੋਟਾ ਹੈ। ਫਿਰ ਇਹਦੀ ਬੇਨਤੀ ਸੁਣਿਓ, ਇੱਕ ਲੰਮਾ ਹੈ, ਦੀਰਘ ਹੈ, ਵੱਡਾ ਹੈ, ਤੇ ਇਹ ਚੌੜਾਈ ਕਰਕੇ ਵੀ ਮੋਟਾ ਹੈ। ਸਿੰਮਲ ਰੁੱਖ ਸਰਾਇਰਾ, ਅਤ ਦੀਰਘ, ਅਤ ਮੁੱਚ। ਅਤ ਦਾ ਮੁੱਚ ਦਾ ਅਰਥ ਮੋਟਾ, ਦੀਰਘ ਦਾ ਅਰਥ ਵੱਡਾ। ਅਗਲਾ ਬਚਨ ਹੈ ਓਏ। ਚੇਤੇ ਰੱਖਿਓ, ਊੜਾ ਖੁੱਲਾ ਹੈ ਇੱਥੇ ਪਾਠ ਕਰਨਾ। ਓਏ, ਜੇ ਓਏ ਵੀ ਨਹੀਂ ਕਰਨਾ, ਕਿਉਂਕਿ ਈੜੀ ਨੂੰ ਸਿਹਾਰੀ ਲੱਗੀ, ਇੱਥੇ ਸੰਥਿਆ ਕਰਾਉਂਦੇ ਨੇ ਗੁਰਮੁਖ। ਓਏ ਜੇ ਪਾਠ ਨਹੀਂ ਕਰਨਾ, ਸਿਹਾਰੀ ਲੱਗੀ ਹੈ। ਓਏ ਜੇ ਆਵਹਿ, ਆਵੇ ਪਾਠ ਨਹੀਂ। ਐੜਾ ਕੰਨਾ ਵਾਵਾ ਖਾਹੇ ਨੂੰ ਸਿਹਾਰੀ ਆਵਹਿ। ਓਏ ਦਾ ਅਰਥ ਹੈ ਉਹ ਪੰਛੀ। ਓਏ ਦਾ ਅਰਥ ਕਰਨਾ ਪੰਛੀ ਜਿਹੜੇ ਸਿੰਬਲ ਰੁੱਖ ਦੇ ਆਕਾਰ ਨੂੰ ਦੇਖ ਕੇ ਇਸ ਭਰੋਸੇ ਨਾਲ ਆਉਂਦੇ ਨੇ ਕਿ ਫਲ ਬੜੇ ਕੀਮਤੀ ਨੇ, ਖਾਣ ਨੂੰ ਕੁਝ ਮਿਲੇਗਾ। ਸਿਰਫ ਅਜੇ ਅੱਖਰੀ ਅਰਥ ਨੇ। ਓਏ ਜੇ ਆਵਹਿ, ਓਏ ਜੇ ਆਵਹਿ ਆਸ ਕਰ। ਇਸ ਭਰੋਸੇ ਨਾਲ, ਇਸ ਆਸ ਨਾਲ ਆਏ ਨੇ ਕਿ ਸਾਨੂੰ ਰਸ ਮਿਲੇਗਾ, ਫਲ ਮਿਲੇਗਾ। ਮਹਾਰਾਜ ਕਹਿੰਦੇ ਨੇ ਜਾਹੇ, ਪਾਠ ਦਾ ਜਾਏ ਨਹੀਂ ਕਰਨਾ। ਜੱਜਾ ਕੰਨਾ ਖਾਹੇ ਨੂੰ ਸਿਹਾਰੀਏ ਜਾਹੇ। ਨਿਰਾਸੇ ਕਿਤ, ਕਿਤ ਅਰਥ ਕਿਸ ਤਰ੍ਹਾਂ, ਕਿਵੇਂ, ਕਿਉਂ, ਇਹੀ ਅਰਥ ਕੀਤੇ ਨੇ ਵਿਦਵਾਨਾਂ ਨੇ ਕਿ ਸਿੰਮਲ ਦਾ ਰੁੱਖ ਤੀਰ ਵਰਗਾ ਸਿੱਧਾ ਹੈ, ਅਤ ਦਾ ਵੱਡਾ ਲੰਮਾ ਹੈ। ਸਿੰਮਲ ਦਾ ਰੁੱਖ ਅਤ ਦਾ ਮੋਟਾ ਹੈ। ਪਰ ਮਹਾਰਾਜ ਕਹਿੰਦੇ ਨੇ ਪੰਛੀ ਓਏ ਜੇ ਆਵੇਂ ਆਸ ਕਰ। ਉਹ ਆਸ ਕਰਕੇ ਆਏ ਕਿਉਂਕਿ ਸਾਨੂੰ ਕੁਝ ਮਿਲੇਗਾ। ਪਰ ਮਹਾਰਾਜ ਕਹਿੰਦੇ ਨੇ ਜਾਹੇ ਨਿਰਾਸੇ ਕਿਤ, ਉਹ ਕਿਸ ਤਰ੍ਹਾਂ ਨਿਰਾਸ਼ ਚਲੇ ਗਏ। ਇਹ ਕੁਐਸਚਨ ਮਾਰਕ, ਇਹ ਪ੍ਰਸ਼ਨ ਚਿੰਨ੍ਹ ਹੈ। ਉਹ ਕਿਉਂ ਚਲੇ ਗਏ ਨਿਰਾਸ਼, ਕੀ ਕਾਰਨ? ਮਹਾਰਾਜ ਕਹਿੰਦੇ ਨੇ ਇਹਦਾ ਕਾਰਨ ਇਹ ਵੇ ਫਲ ਫਿੱਕੇ। ਇਹ ਉੱਤਰ ਹੈ ਜੀ ਜਾਹੇ ਨਿਰਾਸੇ ਕਿਤ ਦਾ। ਪ੍ਰਸ਼ਨ ਵੀ ਕਹੇ ਉਹ ਕਿਉਂ ਨਿਰਾਸ਼ ਚਲੇ ਗਏ, ਪਰ ਮਹਾਰਾਜ ਕਹਿੰਦੇ ਨੇ ਫਲ ਫਿੱਕੇ। ਉਸ ਸਿੰਮਲ ਨੂੰ ਜਿਹੜੇ ਫਲ ਲੱਗੇ ਨੇ ਉਹ ਅਤ ਦੇ ਫਿੱਕੇ ਨੇ। ਫੁੱਲ ਬਕ ਬਕੇ, ਇਹਦਾ ਅਰਥ ਹੁੰਦਾ ਜਿਹਦਾ ਸਵਾਦ ਕੋਈ ਨਹੀਂ, ਬਿਲਕੁਲ ਕੋਈ ਸਵਾਦੀ ਨਹੀਂ। ਫੁੱਲ ਫਿੱਕੇ, ਫਲ ਬਕ ਬਕੇ, ਕੰਮ ਨਾ ਆਵਹਿ ਪਤ, ਉਹਦੇ ਪੱਤਰ ਵੀ ਕਿਸੇ ਕੰਮ ਨਹੀਂ ਆਏ। ਕੰਮ ਨਾ ਆਵਹਿ ਪਤ। ਤੇ ਅੱਗੇ ਮਹਾਰਾਜ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ। ਨੀਵੀਂ ਦਾ ਅਰਥ ਹੈ ਨਿਮਰਤਾ, ਨੀਵੀਂ ਦਾ ਅਰਥ ਹੈ ਝੁਕਣਾ, ਮਿੱਠਤ ਦਾ ਅਰਥ ਹੈ ਮਿਠਾਸ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ। ਭਲੇ ਲੋਕੋ ਇਸ ਸਿੰਬਲ ਦੀ ਉਚਾਈ ਨਾਲੋਂ ਤਾਂ ਝੁਕਣਾ ਚੰਗਾ। ਘੱਟੋ ਘੱਟ ਝੁਕਣ ਵਾਲੇ ਕੋਲ ਮਿਠਾਸ ਤਾਂ ਹੈ। ਉਂਝ ਵੈਸੇ ਸੰਪਰਦਾਇ ਗਿਆਨੀ ਨਾ ਜੀ ਜਿਹੜੇ ਪੁਰਾਣੇ ਅਰਥ ਕਰਦੇ ਹੁੰਦੇ ਸਨ, ਉਹ ਮਿੱਠਤ ਨੀਵੀਂ ਦੇ ਅਰਥ ਕਈ ਵਾਰੀ ਬੇਰੀ ਕਰ ਜਾਂਦੇ ਸਨ, ਕਿਉਂਕਿ ਆਕਾਰ ਵਿੱਚ ਵੀ ਛੋਟੀ ਤੇ ਜਦੋਂ ਬੇਰਾਂ ਨਾਲ ਭਰਦੀ ਉਹ ਝੁਕੀ ਰਹਿੰਦੀ ਹੈ। ਉਹ ਮਿੱਠਤ ਨੀਵੀਂ ਦਾ ਅਰਥ ਕਰਦੇ ਹੁੰਦੇ ਸਨ, ਝੁਕੀ ਕੋਈ ਬੇਰੀ। ਪਰ ਨਹੀਂ, ਇਹਦਾ ਭਾਵ ਅਰਥ ਹੈ ਨੀਵੀਂ ਦਾ ਅਰਥ ਹੈ ਨਿਮਰਤਾ, ਮਿੱਠਤ ਦਾ ਅਰਥ ਹੈ ਮਿਠਾਸ।
मैं ਇਹਦੇ ਇਉਂ ਅਰਥ ਕਰਾਂਗਾ, ਕੋਈ ਵੀ ਫਲ ਹੋਵੇ, ਤੁਸੀਂ ਅਨਾਰ ਦਾ ਫਲ ਦੇਖੋ, ਜਦੋਂ ਫਲ ਭਰਦਾ ਉਹ ਆਪਣੇ ਆਪ ਝੁਕ ਜਾਂਦਾ। ਕਈ ਐਸੇ ਫਲ ਦਾ ਰੁੱਖ ਨੇ ਜਿਉਂ-ਜਿਉਂ ਉਹਨਾਂ ਵਿੱਚ ਮਿਠਾਸ ਭਰਦੀ ਏ ਉਹਨਾਂ ਦੀਆਂ ਟਾਹਣੀਆਂ ਝੁਕ ਜਾਂਦੀਆਂ ਨੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਜਦੋਂ ਕਿਸੇ ਵਿੱਚ ਮਿਠਾਸ ਭਰੀ ਜਾਏ ਉਹ ਆਪਣੇ ਆਪ ਝੁਕ ਜਾਂਦਾ ਹੈ। ਤੇ ਬਾਬਾ ਜੀ ਕਹਿੰਦੇ ਨੇ ਜਿਵੇਂ ਮਿਠਾਸ ਵਾਲੀਆਂ ਟਾਹਣੀਆਂ ਝੁਕ ਜਾਂਦੀਆਂ ਨੇ, ਕਿਉਂਕਿ ਉਦਾਹਰਨ ਰੁੱਖਾਂ ਦੀ ਚੱਲਦੀ ਪਈ, ਇਸੇ ਤਰ੍ਹਾਂ ਜਿਹਨੂੰ ਪਰਮਾਤਮਾ ਨਿਮਰਤਾ ਦੀ, ਨਾਮ ਦੀ ਮਿਠਾਸ ਦਿੰਦਾ ਹੈ, ਪਿਆਰਿਓ ਉਹ ਦਿਨ ਬ ਦਿਨ ਨਿਮਰਤਾ ਵਿੱਚ ਝੁਕੀ ਜਾਂਦਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਗੁਣਾਂ ਦਾ, ਚੰਗਿਆਈਆਂ ਦਾ, ਤਤ ਦਾ ਅਰਥ ਨਿਚੋੜ ਇਹ ਵੇ ਕਿ ਜਿਸ ਬੰਦੇ ਨੂੰ ਨਿਮਰਤਾ ਵਿੱਚ ਆ ਕੇ, ਮਿਠਾਸ ਵਿੱਚ ਆ ਕੇ ਝੁਕਣ ਦੀ ਜਾਚ ਆ ਗਈ। ਇਹਦੇ ਹੁਣ ਆਖਰੀ ਅਰਥ ਮੈਂ ਕੀਤੇ ਨੇ, ਭਾਵ ਅਰਥ ਕੀ ਨੇ। ਇਸ ਤਰ੍ਹਾਂ ਤਾਂ ਹੈ ਨਹੀਂ ਵੀ ਆਪਾਂ ਇਕੱਲਾ ਸਿਮਰ ਰੁੱਖ ਦੀ ਉਦਾਹਰਨ ਲੈ ਲਈਏ। ਦੇਖੋ ਜਿਵੇਂ ਬਾਣੀ 'ਚ ਅਸੀਂ ਪੜ੍ਹਨੇ ਕਿ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਨ। ਗੁਰੂ ਨਾਨਕ ਸਾਹਿਬ ਦਾ ਇਹ ਪਵਿੱਤਰ ਸ਼ਬਦ ਹੈ। ਇਹਦਾ ਅਰਥ ਹੈ ਚਿੱਟੇ ਕੱਪੜੇ ਨੇ, ਤੀਰਥਾਂ ਦੇ ਕਿਨਾਰੇ ਬੈਠਾ ਬਗਲਾ। ਪਰ ਇਹਦਾ ਭਾਵ ਅਰਥ ਤਾਂ ਕਰਨਾ ਪਏਗਾ ਨਾ, ਕਿ ਜਿਵੇਂ ਬਗਲਾ ਦਰਿਆ ਦੇ ਕੰਢੇ ਰਹਿੰਦਾ ਹੈ, ਕੱਪੜੇ ਵੀ ਚਿੱਟੇ, ਉਹਦੇ ਖੰਭ ਵੀ ਚਿੱਟੇ, ਤੇ ਅੱਖਾਂ ਵੀ ਬੰਦ ਕਰਕੇ ਇੰਜ ਰੱਖਦਾ ਵੀ ਬੜੀ ਭਗਤੀ ਵਾਲਾ ਹੈ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਮੌਕਾ ਲੱਗਦਾ ਤਾੜ ਇਸੇ ਵਿੱਚ ਕਿ ਕਦੋਂ ਮੱਛੀ ਨੂੰ ਮੈਂ ਚੁੰਝ 'ਚ ਲੈ ਕੇ ਉੱਡ ਜਾਵਾਂ। ਇਹਦਾ ਭਾਵ ਅਰਥ ਜਿਹੜੇ ਬੰਦੇ ਰਹਿੰਦੇ ਧਰਮ ਸਥਾਨਾਂ ਤੇ ਨੇ, ਕਿਉਂਕਿ ਕੱਲੇ ਅੱਖਰੀ ਅਰਥ ਕਰਾਂਗੇ ਤੇ ਗੱਲ ਨਹੀਂ ਬਣੇਗੀ। ਭਾਵ ਅਰਥ ਕੀ ਨੇ, ਕਿ ਉਹ ਕੌਣ ਹੈ ਸਿੰਬਲ, ਕੌਣ ਹੈ ਮੋਟਾ, ਕਿਹਦਾ ਆਕਾਰ ਹੈ ਵੱਡਾ। ਮਹਾਰਾਜ ਕਹਿੰਦੇ ਨੇ ਬਗਲਾ ਦਰਿਆ ਦੇ ਕੰਢੇ ਰਹਿੰਦਾ ਤੇ ਬਗਲੇ ਬਿਰਤੀ ਵਾਲੇ। ਅੱਗੇ ਵੈਸੇ ਕੱਲ ਨੂੰ ਇਹ ਪ੍ਰਮਾਣ ਹੋਣਾ, ਪੜ ਪੁਸਤਕ ਸੰਧਿਆ ਬਾਦੰਗ, ਉਹਦੇ ਵਿੱਚ ਇਹ ਆਣਗੇ ਸਾਰੇ, ਬਗਲ ਸਮਾਦੰਗ ਦਾ ਜ਼ਿਕਰ ਆਉਣਾ। ਉਹ ਰਹਿੰਦਾ ਦਰਿਆ ਦੇ ਕੰਢੇ ਹੈ, ਪਰ ਡੱਡੀਆਂ ਮੱਛੀਆਂ ਖਾਂਦਾ। ਕਈ ਬੰਦੇ ਧਰਮ ਅਸਥਾਨ ਦੇ ਉੱਤੇ ਪੋਸ਼ਾਕ ਲਿਸ਼ਕਵੀਂ ਪੁਸ਼ਕੀ ਚਿੱਟੀ ਪਾ ਕੇ ਬੈਠੇ ਨੇ, ਅੱਖਾਂ ਵੀ ਬੰਦ ਕਰਦੇ ਨੇ, ਪਰ ਬਿਰਤੀ ਉਹਨਾਂ ਦੀ ਬਗਲੇ ਵਾਲੀ ਹੈ ਕਿ ਜਿਹੜਾ ਕਿਤੇ ਭਾਵਨਾ ਨਾਲ ਆਉਂਦਾ ਉਹਦੀ ਜੇਬ ਕੱਟ ਜਾਂਦੇ ਨੇ। ਹੁਣ ਇੱਥੇ ਸਿੰਬਲ ਦਾ ਅਰਥ ਕੀ ਹੈ? ਵਿਦਵਾਨ ਪੁਰਸ਼ਾਂ ਨੇ ਅਰਥ ਕੀਤਾ ਹੈ ਉਹ ਬੰਦਾ ਜਿਹੜਾ ਸਰੀਰਕ ਆਕਾਰ ਕਰਕੇ ਕੱਦ ਵੀ ਬੜਾ ਹੈ, ਪ੍ਰਸ਼ਾਦਾ ਪਾਣੀ ਛਕ ਕੇ ਮੋਟਾ ਤਾਜ਼ਾ ਵੀ ਬੜਾ ਬਣ ਗਿਆ, ਗੋਗੜ ਵੀ ਚੰਗੀ ਕੱਢੀ। ਬੜੇ ਸਿੱਧੇ ਜੇ ਮੈਂ ਸ਼ਬਦ ਵਰਤਾਂਗਾ ਵੀ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਮੋਟਾ ਵੀ ਬੜਾ, ਲੰਮਾ ਵੀ ਬੜਾ, ਲਿਸ਼ਕ ਪੁਸ਼ਕ ਵੀ ਬੜੀ ਹੈ। ਪਰ ਮਹਾਰਾਜ ਕਹਿੰਦੇ ਨੇ ਉਹਦਾ ਢਾਂਚਾ ਦੇਖ ਕੇ, ਉਹਦਾ ਵਜੂਦ ਦੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ ਵੀ ਵਾਕਈ ਇਹਦਾ ਜਿਹੜਾ ਬਹਿਣਾ ਉੱਠਣਾ ਬਾਣਾ ਆਦਿ ਕੇ ਬੰਦਾ ਪਹੁੰਚਿਆ ਹੋਣਾ। ਪਰ ਮਹਾਰਾਜ ਕਹਿੰਦੇ ਲੋਕੀ ਭਰੋਸਾ ਕਰਕੇ ਆ ਜਾਂਦੇ ਨੇ ਉਹਦੇ ਸਰੀਰ ਨੂੰ, ਉਹਦੇ ਦਾੜੇ ਨੂੰ ਦੇਖ। ਸਿੱਧੀ ਜੀ ਗੱਲ ਜੇ, ਮੈਂ ਇਹ ਨਹੀਂ ਕਕਾਰਾਂ ਦੀ ਕੋਈ ਬੇਅਦਬੀ ਕਰ ਰਿਹਾ, ਉਹਦੇ ਆਕਾਰ ਨੂੰ ਦੇਖ ਕੇ ਲੋਕੀ ਭਰੋਸਾ ਕਰਕੇ ਆਉਂਦੇ ਨੇ। ਚਲੋ ਇਹਦੇ ਕੋਲ ਨਾਮ ਦੀ ਗੱਲ ਮਿਲੇਗੀ, ਕੋਈ ਬੰਦਗੀ ਦੀ ਗੱਲ ਮਿਲੇਗੀ, ਕੋਈ ਗੁਰੂ ਨਾਲ ਜੁੜਨ ਦੀ ਮਿਲੇਗੀ। ਪਰ ਦੁੱਖ ਉਦੋਂ ਲੱਗਦਾ ਹੈ ਜਦੋਂ ਕੁਝ ਦਿਨਾਂ ਤੋਂ ਬਾਅਦ ਸਭ ਕੁਝ ਗਵਾ ਜਾਂਦੇ ਨੇ। ਪੰਛੀ ਤਾਂ ਚਲੋ ਘੱਟੋ ਘੱਟ ਚੁੰਝ ਮਾਰ ਕੇ ਉੱਡ ਜਾਂਦਾ ਹੈ, ਸਿੰਬਲ ਤਾਂ ਪਕੜਦਾ ਕਿਸੇ ਨੂੰ ਨਹੀਂ। ਪਰ ਜਿਹੜਾ ਪਖੰਡੀ ਦੇ ਕਾਬੂ ਆ ਗਿਆ, ਚੇਤੇ ਰੱਖਿਓ, ਉਹਦਾ ਤਾਂ ਅੰਤ ਹੀ ਕਈ ਵਾਰੀ ਉੱਥੇ ਹੋ ਜਾਂਦਾ। ਸਿੰਬਲ ਦੇ ਰੁੱਖ ਦੀ ਤਰ੍ਹਾਂ ਆਕਾਰ ਕਰਕੇ ਉੱਚੇ ਲੰਮੇ, ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ। ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ, ਕਿਤ ਫਲ ਫਿੱਕੇ ਵਜੂਦੀਏ ਅੰਦਰ ਰਸ ਕੋਈ ਨਹੀਂ, ਸਿਮਰਨ ਕੋਈ ਨਹੀਂ, ਬੰਦਗੀ ਕੋਈ ਨਹੀਂ। ਇਸੇ ਕਰਕੇ ਸਤਿਗੁਰੂ ਨੇ ਬਾਣੀ 'ਚ ਵੀ ਸ਼ਬਦ ਵਰਤਿਆ, ਗੱਜ ਸਾਢੇ ਤੈ ਤੈ ਧੋਤੀਆਂ। ਇਹ ਸਿੰਬਲ ਨੇ ਸਾਰੇ, ਮੈਂ ਈਰਖਾ 'ਚ ਨਹੀਂ ਸ਼ਬਦ ਕੋਈ ਕਹਿ ਰਿਹਾ, ਕਿਉਂਕਿ ਇਹਦੇ ਭਾਵ ਅਰਥ ਲਾਂ ਕਿਆ ਮਿੱਠਤ ਨੀਵੀਂ ਕੀ। ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ। ਗਲ 'ਚ ਵੀ ਮਾਲਾ ਪਾਈਆਂ ਨੇ, ਲੋਟੇ ਹੱਥ ਨਿਬੱਗ, ਚਿੱਟੇ ਗੜਵੇ ਹੱਥ 'ਚ ਪਕੜੇ ਚੇਲਿਆਂ ਨੇ। ਓਏ ਹਰ ਕੇ ਸੰਤ ਨਾ ਆਖੀਆਂ, ਓਏ ਜੇ ਆ ਮੈਂ ਆਸ ਕਰ ਜਾਏ ਨਿਰਾਸੇ ਕੇ ਤੋ ਸੰਤ ਨਖੀ। ਓਏ ਹਰ ਕੇ ਸੰਤ ਨਾ ਆਖੀਆਂ, ਬਾਂ ਨਾਰਸ ਕੇ
ਠੱਗ ਐਸੇ ਸੰਤ ਨਾ ਮੋਕੋ ਭਾਵੇਂ ਕੈਸੇ ਸਿਮਲ ਰੁਕ ਸਰਾਇਰਾ। ਇਹੋ ਜਿਹਾ ਸੰਤ ਨਹੀਂ ਪਾਉਂਦੇ। ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗਟਕਾਵੇਂ। ਸਤਿਗੁਰੂ ਕਹਿੰਦੇ ਨੇ ਕਿ ਵਿਖਾਵੇ ਦਾ ਅਡੰਬਰ, ਜਿਸ ਅੰਦਰ ਤੱਤ ਕੋਈ ਨਹੀਂ, ਸਿਮਰਨ ਕੋਈ ਨਹੀਂ, ਬੰਦਗੀ ਕੋਈ ਨਹੀਂ। ਐਵੇਂ ਵਿਚਾਰੇ ਲੋਕ, ਬਹੁਤ ਸਾਰੇ ਲੋਕ, ਸੱਚੀ ਗੱਲ ਉਹਨਾਂ ਦੀ ਆਸ ਤੇ ਹੀ ਤਾਂ ਟੁੱਟ ਜਾਂਦੀ ਏ ਜਿਹਦੇ ਤੇ ਭਰੋਸਾ ਕਰਦੇ ਨੇ ਜਦੋਂ ਉਹ ਨਿਕੰਮਾ ਮਿਲਦਾ। ਮੈਨੂੰ ਯਾਦ ਹੈ ਇੱਕ ਵਾਰੀ ਇੱਕ ਕਿਤਾਬ 'ਚ ਮੈਂ ਪੜ੍ਹਿਆ ਸੀ, ਬੜੀ ਪੁਰਾਣੀ ਗੱਲ ਹੈ, ਚਲੋ ਅਸੀਂ ਗੁਣ ਦੀ ਗੱਲ ਲੈਣੀ ਹੈ ਕਿ ਕੋਈ ਬੰਦਾ ਸ਼ਰਾਬੀ ਤੁਰਿਆ ਆਉਂਦਾ ਸੀ। ਮੇਰੀ ਬੇਨਤੀ ਸੁਣਿਓ, ਮੈਂ ਤਾਂ ਕਿਹਾ ਵੀ ਇਹਦੇ 'ਚ ਵੀ ਕੋਈ ਗੁਣ ਮਿਲੇਗਾ। ਹੁਣ ਆਪਾਂ ਕਹਾਂਗੇ ਸ਼ਰਾਬੀ 'ਚੋਂ ਗੁਣ ਵੇਖੋ, ਗੁਰੂ ਗ੍ਰੰਥ ਸਾਹਿਬ ਨੇ ਔਗਣਾ ਵਾਲਿਆਂ ਵਿੱਚੋਂ ਵੀ ਗੁਣ ਕੱਢ ਕੇ ਦੇ ਦਿੱਤੇ ਨੇ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਕਿ ਬਾਬਾ ਨਾਮਦੇਵ ਜੀ ਦਾ ਬੋਲ ਹੈ, ਜੈਸੇ ਬਿਖੈ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਬਿਖੈ ਹੇਤ ਪਰ ਨਾਰੀ ਤਾਂ ਬੱਜਰ ਕਰਹਿਤ ਹੈ, ਸਾਡੀ ਬੱਜਰ ਕਰਹਿਤ ਹੈ ਜੀ। ਪਰ ਭਗਤ ਜੀ ਨੇ ਸ਼ਬਦ ਵਰਤਿਆ ਕਿ ਜਿਵੇਂ ਇੱਕ ਬੰਦਾ ਵਾਸ਼ਨਾ ਦੇ ਅਧੀਨ ਲੋਕਾਂ ਦੀਆਂ ਲਾਹਣਤਾਂ ਲੈਂਦਾ ਵੀ ਵਾਸ਼ਨਾ ਤੋਂ ਮੁੜਦਾ ਨਹੀਂ। ਕਹਿੰਦੇ ਜਿੰਨੇ ਮਰਜ਼ੀ ਲੋਕ ਮੈਨੂੰ ਗਾਲਾਂ ਕੱਢੀ ਜਾਣ, ਮੈਂ ਰੱਬ ਵਾਲੇ ਪਾਸਿਓਂ ਨਹੀਂ ਮੁੜਨਾ। ਉਹ ਸ਼ਰਾਬੀ ਤੁਰਿਆ ਆਵੇ ਜੀ, ਅੱਗੋਂ ਕਿਤੇ ਆਉਂਦਾ ਪਿਆ ਸੀ ਸੋ ਕਾਲਡ ਸੰਤ, ਹੈ ਨਹੀਂ ਸੀ, ਚੇਲੇ ਬੜੇ ਸਨ ਪਿੱਛੇ, ਤੇ ਉਹਨੇ ਉਲਰਦੇ ਕੋਈ ਬੰਦੇ ਨੂੰ ਜਿਹੜਾ ਨਸ਼ੇ ਸੀ ਉਹਨੂੰ ਇੱਕ ਗੱਲ ਕਹੀ, ਉਹ ਧਿਆਨ ਨਾਲ ਤੁਰੀ। ਉਹ ਕਹਿੰਦਾ ਦੱਸ ਬਾਬਾ ਕਿਉਂ? ਕਹਿੰਦਾ ਪੈਰ ਤਿਲਕ ਗਿਆ ਤੇ ਲੱਤ ਟੁੱਟ ਜੇਗੀ। ਉਹ ਅੱਗੋਂ ਕਹਿੰਦਾ ਮੈਂ ਤਾਂ ਧਿਆਨ ਨਾਲ ਹੀ ਚੱਲਾਂਗਾ, ਤੂੰ ਵੀ ਧਿਆਨ ਨਾਲ ਤੁਰੀ। ਮੈਂ ਤਿਲਕਿਆ ਤੇ ਮੇਰੀ ਲੱਤ ਟੁੱਟ ਜਾਣੀ ਹੈ, ਤੂੰ ਤਿਲਕਿਆ ਜਿੰਨੇ ਤੇਰੇ ਪਿੱਛੇ ਆਉਂਦੇ ਨੇ ਸਾਰਿਆਂ ਮਰ ਜਾਣਾ ਹੈ। ਇਹਨਾਂ ਦਾ ਭਰੋਸਾ ਖਤਮ ਹੋ ਜਾਏਗਾ, ਤੂੰ ਨਾ ਕਿਤੇ ਤਿਲਕ ਜਾਏ। ਇੱਥੇ ਸਤਿਗੁਰੂ ਨੇ ਸਿਮਲ ਜਿਹੜਾ ਸ਼ਬਦ ਵਰਤਿਆ, ਇਹ ਬਿੰਬ ਵਰਤਿਆ ਪਖੰਡੀ ਲਈ, ਜਿਹੜਾ ਖਾ ਪੀ ਕੇ ਮੋਟਾ ਤਾਜ਼ਾ ਬਣਿਆ ਹੋਇਆ, ਪਰ ਭਗਤੀ ਸਿਮਰਨ ਹੈ ਕੋਈ ਨਹੀਂ। ਲੋਕ ਆਉਂਦੇ ਨੇ ਤੇ ਸੱਚੀ ਗੱਲ ਰੱਬ ਨੂੰ ਵੀ ਕਿਹੜਾ ਜ਼ਿਆਦਾ ਪਾਉਣ ਆਉਂਦੇ ਆ। ਲੋਕੀ ਦੁੱਖ ਦੇ ਮਾਰੇ ਆ ਜੀ, ਲੋੜਾਂ ਦੇ ਮਾਰੇ ਆ। ਕੋਈ ਕਿਤੇ ਚਲੇ ਜਾਂਦਾ, ਜਿਵੇਂ ਇਉਂ ਕਹਿ ਲਓ ਵੀ ਬੰਦਾ ਦੁਕਾਨਾਂ ਬਦਲਦਾ ਨਾ, ਇਸੇ ਤਰ੍ਹਾਂ ਪਰਮਾਰਥ ਦੀ ਖੇਡ ਵੀ ਇਸ ਤਰ੍ਹਾਂ ਹੈ ਜੀ। ਲੋਕਾਂ ਦੇ ਟਾਵਾਂ ਟਾਵਾਂ ਜਿਹੜਾ ਸਾਈਂ ਨੂੰ ਪਾਉਣ ਵੱਲ ਚੱਲਦਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਨਿਮਰਤਾ ਵਿੱਚ ਮਿਠਾਸ ਹੈ, ਗੁਣਾਂ ਦਾ ਤੱਤ ਹੈ, ਚੰਗਿਆਈਆਂ ਨੇ, ਜਿਹਨੂੰ ਪਰਮਾਤਮਾ ਕਿਰਪਾ ਕਰਕੇ ਅੰਦਰੋਂ ਝੁਕਣ ਦੀ ਜਾਤ ਦੇ ਦੇਵੇ, ਦਾਤ ਦੇ ਦੇਵੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਅਗਲਾ ਬਚਨ, ਸਭ ਕੋ ਨਿਵੈ ਆਪ ਕੋ। ਲੋਕ ਝੁਕਦੇ ਨੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ। ਕਈ ਵਾਰੀ ਤੁਸੀਂ ਦੇਖੋਗੇ ਜਦੋਂ ਬੰਦੇ ਤੇ ਸਮਾਂ ਬਣਦਾ, ਕਿੰਨੇ ਕਿੰਨੇ ਤਰਲੇ ਮਾਰਦਾ ਖਲੋ ਖਲੋ ਕੇ, ਘੰਟਿਆਂ ਬੱਧੀ। ਸੱਚੀ ਗੱਲ, ਹੱਥ ਜੋੜ ਕੇ ਲੋਕ ਖਲੋਤੇ ਰਹਿੰਦੇ, ਕਿਉਂਕਿ ਉਹਦਾ ਸਵਾਰਥ ਹੈ। ਪਰ ਕੋ ਨਿਵੈ ਨਾ ਕੋਏ। ਕਿਸੇ ਦੇ ਗੁਣ ਵੇਖ ਕੇ ਦੂਜੇ ਲਈ ਕੋਈ ਨਹੀਂ ਜੇ ਝੁਕਦਾ। ਸਾਰੀ ਦੁਨੀਆ ਝੁਕਦੀ ਹੈ ਸਿਰਫ ਤਾਂ ਸਿਰਫ ਆਪਣੇ ਸਵਾਰਥ ਦੇ ਲਈ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਇਹਦਾ ਫਿਰ ਮੈਂ ਅਰਥ ਕਰ ਦੇਣਾ, ਆਪਣੇ ਸਵਾਰਥ ਲਈ ਲੋਕ ਝੁਕਦੇ ਜੇ, ਕਿਸੇ ਦੂਜੇ ਦੇ ਗੁਣਾਂ ਨੂੰ ਵੇਖ ਕੇ ਸਤਿਕਾਰ ਲਈ ਕੋਈ ਟਾਵਾਂ ਟਾਵਾਂ ਝੁਕਦਾ ਹੈ। ਬਾਬਾ ਜੀ ਕਹਿੰਦੇ ਨੇ ਧਰ ਤਾਂ ਰਾਜੂ। ਉਸ ਦਿਨ ਮੈਂ ਪਿੱਛੇ ਜਦੋਂ ਦੀ ਕਥਾ ਹੀ ਅਰਜ਼ ਕੀਤੀ, ਤਰਾਜੂ ਪਾਠ ਨਹੀਂ ਕਰਨਾ, ਤੱਤੇ ਨੂੰ ਕੰਨਾ ਲੱਗਾ, ਰਾਰੇ ਨੂੰ ਵੀ ਕਰਨਾ, ਤਾਰਾਜੂ। ਧਰ ਤਾਰਾਜੂ ਤੋਲੀਏ। ਤਰਾਜੂ ਦਾ ਅਰਥ ਆਪਾਂ ਜਾਣਦੇ ਹਾਂ ਤੱਕੜੀ। ਕਹਿੰਦੇ ਨੇ ਜਿਹੜੇ ਤੱਕੜੀ ਦੇ ਵਿੱਚ ਪਾ ਕੇ ਕੋਈ ਚੀਜ਼ ਤੋਲਦੇ ਨੇ, ਜੋਖਦੇ ਨੇ। ਨਿਵੈ ਸੋ ਨਹੀਂ, ਸੱਸੇ ਨੂੰ ਔਂਕੜ ਲੱਗੀ, ਖੋੜਾ ਨਹੀਂ ਲੱਗਾ। ਨਿਵੈ ਸੋ ਗੌਰਾ ਹੋਏ। ਇਸੇ ਤਰ੍ਹਾਂ ਤੁਸੀਂ ਕਈ ਵਾਰੀ ਜਦੋਂ ਪਾਠ ਕਰਨੇ, ਇਹ ਨਹੀਂ ਕਿ ਮੈਂ ਬਹੁਤ ਸ਼ੁੱਧ ਉਚਾਰਨ ਜਾਣਨਾ, ਜਿੰਨੀ ਕੁ ਸਮਝ ਪੈਂਦੀ ਗੱਲ ਕਰਨੀ ਚਾਹੀਦੀ। ਅਸੀਂ ਇੱਕ ਪਾਠ ਕਰਨੇ, ਸੋ ਕਹੋ ਟਲ ਗੁਰ ਸੇਵੀ। ਅਕਸਰ ਕਈ ਸੋ ਕਹੋ ਨਹੀਂ, ਉੱਥੇ ਔਂਕੜ, ਸੋ ਕਹੋ ਟਲ ਗੁਰ ਸੇਵੀਏ। ਇੱਥੇ ਹੈ ਕਿ ਧਰ ਤਾਰਾਜੂ ਤੋਲੀਏ, ਨਿਵੈ ਸੋ ਗੌਰਾ। ਗੌਰਾ ਦਾ ਅਰਥ ਹੈ ਭਾਰਾ। ਇੱਕ ਲਫ਼ਜ਼ ਖੌਰਾ,
ਹੌਰਾ ਦਾ ਅਰਥ ਹੈ ਖਲਕਾ, ਹੌਲਾ। ਸਤਿਗੁਰੂ ਕਹਿੰਦੇ ਨੇ ਭਲਿਓ ਝੁਕਣ ਵਿੱਚ ਬੇਇੱਜ਼ਤੀ ਨਹੀਂ, ਝੁਕਣ ਵਿੱਚ ਗੌਰਵਤਾ ਹੈ, ਪਰ ਸ਼ਰਤ ਇੱਕ ਕਿ ਸਵਾਰਥ ਨੂੰ ਮੁੱਖ ਰੱਖ ਕੇ ਨਾ ਝੁਕੇ। ਇੱਥੇ ਗੌਰਾ ਦਾ ਅਰਥ ਮੈਂ ਗੌਰਵਤਾ ਵੀ ਕੀਤੇ, ਉਹ ਚਹੀਣ ਭਾਵਨਾ ਨਹੀਂ। ਮਹਾਰਾਜ ਕਹਿੰਦੇ ਨੇ ਜੇ ਕਹੋ ਵੀ ਝੁਕਣਾ ਜਿਹੜਾ ਇਹ ਬੇਇੱਜ਼ਤੀ ਹੋ ਗਈ, ਇਹ ਹੀਣਤਾ ਆ ਗਈ, ਹਾਂ ਸਵਾਰਥ ਨੂੰ ਮੁੱਖ ਰੱਖ ਕੇ ਝੁਕਣਾ ਸੱਚੀ ਮੁੱਚੀ ਬੇਇੱਜ਼ਤੀ ਜੇ, ਪਰ ਅੰਦਰ ਗੁਣ ਹੋਣ ਦੇ ਬਾਵਜੂਦ ਵੀ ਝੁਕ ਜਾਣਾ, ਇਹ ਅੰਦਰ ਦੀ ਗੌਰਵਤਾ ਹੈ। ਤਕੜੀ ਦੇ ਛਾਬਿਆਂ ਵਿੱਚ ਆਪਾਂ ਕੋਈ ਚੀਜ਼ ਤੋਲਨੇ, ਜਿਹੜਾ ਪਲੜਾ, ਜਿਹੜਾ ਛਾਬਾ ਤਕੜੀ ਦਾ ਭਾਰਾ ਹੋਵੇਗਾ, ਸਾਨੂੰ ਪਤਾ ਹੈ ਉਹ ਝੁਕਾਉਣ ਦੀ ਲੋੜ ਨਹੀਂ, ਉਹ ਆਪਣੇ ਆਪ ਜ਼ਮੀਨ ਵੱਲ ਝੁਕ ਜਾਏਗਾ। ਧਰ ਤਰਾਜ਼ੂ ਤੋਲੀਆ ਨਿਵੈ ਸੋ ਗੌਰਾ ਹੋਏ। ਜਿਹੜਾ ਵੀ ਪਾਸਾ ਸੱਚ ਇਹ ਭਾਰਾ ਹੈ ਉਹ ਜ਼ਮੀਨ ਵੱਲ ਝੁਕੇਗਾ, ਜਿਹੜਾ ਪਾਸਾ ਹੌਲਾ ਹੈ ਉਹ ਉੱਪਰ ਨੂੰ ਉੱਠ ਜਾਏਗਾ। ਝੁਕਦੇ ਉਹੀ ਨੇ ਜਿਨ੍ਹਾਂ ਕੋਲ ਗੌਰਾਪਨ ਕਾ ਭਾਰਾਪਨ ਇਹ ਗੁਣ ਹੈ। ਹੌਲੇ ਬੰਦੇ ਤਾਂ ਛੇਤੀ ਝੁਕਣ ਨੂੰ ਤਿਆਰ ਹੀ ਕੋਈ ਨਹੀਂ। ਹੌਲਾ ਬੰਦਾ ਸੱਚੀ ਮੁੱਚੀ, ਹੌਲੇ ਦਾ ਅਰਥ ਵੇਟ ਕਰਕੇ ਨਹੀਂ, ਇਹਦਾ ਮਤਲਬ ਜਿਹਦੇ ਪੱਲੇ ਗੁਣ ਕੋਈ ਨਹੀਂ। ਹਜ਼ੂਰ ਕਹਿ ਰਹੇ ਨੇ ਕਿ ਧਰ ਤਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ। ਜਿਹੜਾ ਝੁਕ ਜਾਂਦਾ ਪਿਆਰਿਓ ਸਮਝੋ ਵੱਡਾ। ਮੈਨੂੰ ਯਾਦ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਨਾਮ ਲਿਆਂ ਦੁੱਖ ਕੱਟੇ ਜਾਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਨਿਮਰਤਾ ਦੇ ਪੁੰਜ ਨੇ, ਬੜੀ ਨਿਰਮਾਨਤਾ। ਮੈਂ ਤੇ ਕਹਿੰਦਾ ਇੱਥੋਂ ਤੱਕ ਜਦੋਂ ਪ੍ਰੇਮ ਚ ਭਿੱਜ ਕੇ ਕਹਿੰਦੇ ਨੇ ਕਿ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। हे ਜਗਤ ਦੇ ਮਾਲਕ ਕਿਰਪਾ ਕਰ, ਮੈਨੂੰ ਆਪਣੇ ਦਾਸ, ਉਸ ਤੋਂ ਅੱਗੇ ਦਾਸ, ਤੀਜੀ ਥਾਂ ਤੇ ਜਿਹੜੇ ਤੇਰੇ ਦਾਸ ਨੇ ਉਹਨਾਂ ਦਾ ਦਾਸ ਬਣਾ ਦੇ। ਅੰਮ੍ਰਿਤਸਰ ਸਾਹਿਬ ਦੀ ਗੁਰੂ ਕੇ ਚੱਕ ਦੀ ਸੇਵਾ ਹੋ ਰਹੀ, ਤੇ ਮੈਂ ਅਰਜ਼ ਕਰਾਂਗਾ ਜੋ ਮਰਜ਼ੀ ਵਾਪਰੇ, ਪਰ ਗੁਰੂ ਰਾਮਦਾਸ ਦੇ ਦਰ ਦੇ ਪ੍ਰਤੀ ਆਸਥਾ ਵਿੱਚ ਫਰਕ ਨਹੀਂ ਪੈਣ ਦੇਣਾ। ਆਪਣਾ ਭਰੋਸਾ ਗੁਰੂ ਰਾਮਦਾਸ ਤੇ ਬਣਾਈਏ। ਮੈਂ ਤਾਂ ਇਹੀ ਸ਼ਬਦ ਉੱਥੇ ਵੀ ਕਹਿ ਕੇ ਅੰਮ੍ਰਿਤਸਰ ਕਿ ਪ੍ਰਬੰਧ ਕਰਨ ਵਾਲੇ ਸਦਾ ਨਹੀਂ ਰਹਿਣੇ, ਪਰ ਗੁਰੂ ਰਾਮਦਾਸ ਦੇ ਦਰ ਵਿੱਚ ਹਮੇਸ਼ਾ ਹੀ ਨਾਮ ਦੀਆਂ ਆਵਾਜ਼ਾਂ ਆਉਂਦੀਆਂ ਰਹਿਣੀਆਂ। ਮੈਨੂੰ ਯਾਦ ਹੈ ਮੈਂ ਸ਼ਬਦ ਵਰਤਾਂਗਾ ਨਿਵੇਸੋ ਗੌਰਾ ਹੋਏ ਨਾਲ, ਕਿ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪੁੱਤਰ ਝੁਕੇ ਨਹੀਂ। ਸਾਨੂੰ ਸਭ ਨੂੰ ਪਤਾ ਹੈ ਕਿ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਏ, ਮੋਢੇ ਮਾਰ ਦਿੱਤੇ ਨਹੀਂ ਝੁਕੇ। ਹਾਲਾਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹੇ ਸਨ, ਜਦੋਂ ਮਾਤਾ ਸੁਲੱਖਣੀ ਜੀ ਨੇ ਕਿਹਾ ਮਹਾਰਾਜ ਜੀ ਕਿ ਗੱਦੀ ਤਾਂ ਸੇਵਕ ਨੂੰ ਲੈ ਦਿੱਤੀ, ਗੁਰੂ ਅੰਗਦ ਦੇਵ ਜੀ ਨੂੰ ਇਹ ਤੁਹਾਡੇ ਪੁੱਤਰ ਨੇ। ਮੈਨੂੰ ਯਾਦ ਹੈ ਜਨਮ ਸਾਖੀ ਨੇ ਕਿਹਾ ਸੀ, ਮਹਾਰਾਜ ਹੱਸ ਕੇ ਕਹਿੰਦੇ ਨੇ ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਇਹ ਤਾਂ ਮੇਰੇ ਪੁੱਤਰ ਨੇ। ਸ਼ਬਦ ਵਰਤਿਆ ਕਿ ਗੁਰੂ ਘਰ ਕੇ ਹੋਏ ਸੁਆਨਾ, ਤੁਝ ਤਿਨ ਕੋ ਪੂਜੈ ਸਗਲ ਜਹਾਨਾ। ਅਗਲੀ ਗੱਲ ਕਹਿਣ ਲੱਗੇ ਇਹ ਬਾਬੇ ਕੇ ਹੋਣਗੇ, ਰੋਟੀ ਦੀ, ਕੱਪੜੇ ਦੀ, ਬਸਤਰ ਦੀ, ਪੈਸੇ ਦੀ, ਜ਼ਮੀਨ ਦੀ ਕਮੀ ਬਿਲਕੁਲ ਨਹੀਂ ਰਹੇਗੀ, ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ। ਤਾਂ ਪੁੱਤਰ ਮੇਰੀ ਨੇ, ਪਰ ਜਨਮ ਸੌਰੇਗਾ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਏ। ਬਾਬਾ ਦਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਜੀ ਨੂੰ। ਬਾਬਾ ਮੋਹਨ ਜੀ ਨੇ ਕਿਹਾ ਮੈਂ ਨਹੀਂ ਝੁਕਣਾ। ਗੁਰੂ ਗ੍ਰੰਥ ਸਾਹਿਬ ਚ ਆਇਆ, ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਮੋਹਨ ਜੀ ਨਹੀਂ ਝੁਕੇ, ਪਰ ਹਾਲਾਂਕਿ ਕੋਈ ਕਰ ਬਖੀਲੀ ਨਿਵੈ ਨਹੀਂ, ਫਿਰ ਸਤ ਗੁਰੂ ਆਣ ਨਿਵਾਇਆ। ਗੁਰੂ ਰਾਮਦਾਸ ਉਹਨਾਂ ਦੇ ਨੇਤਰਾਂ 'ਚ ਖਰ ਵੇਲੇ ਪਿਆਰੇ ਦੇ ਬਿਰਹਾ ਦਾ ਨੀਰ ਸੀ। ਮੈਂ ਸ਼ਬਦ ਚਲੋ ਨੀਰ ਵਰਤਿਆ, ਪਰ ਗੁਰੂ ਰਾਮਦਾਸ ਕਹਿੰਦੇ ਨੇ ਅੱਖਾਂ 'ਚ ਪਾਣੀ ਨਹੀਂ, ਇਹ ਤਾਂ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਦਾ ਜਲ ਬਣ ਗਿਆ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜ। ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਲੱਗਾ
ਮੈਂ ਇਹ ਕੱਲੀ ਸਾਖੀ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਮਾਣ ਦਿਆਂਗਾ। ਉਹਨਾਂ ਨੂੰ ਪਤਾ ਲੱਗਾ ਵੀ ਪਿਤਾ ਜੀ ਦੇ ਸਥਾਨ ਤੇ ਜਿਹੜੀ ਚੌਥੀ ਜਗ੍ਹਾ ਤੇ ਨੇ, ਉਹ ਸੁਣਿਆ ਇੱਕ ਮਹਾਨ ਤੀਰਥ ਬਣਾ ਰਹੇ ਨੇ। ਚਲੋ ਹੁਣ ਤੀਰਥ ਸ਼ਬਦ ਸੁਣ ਕੇ ਇਹ ਨਾ ਕਹਿ ਦੇ ਜੀ ਹਰਿਮੰਦਰ ਸਾਹਿਬ ਤੀਰਥ ਨਹੀਂ, ਵੈਸੇ ਤੀਰਥ ਲਫ਼ਜ਼ ਦਾ ਆਖਰੀ ਅਰਥ ਹੈ ਪਵਿੱਤਰਤਾ। ਤੀਰਥ ਦਾ ਅਰਥ ਗੰਗਾ ਜਮਨਾ ਨਹੀਂ, ਤੀਰਥ ਦਾ ਅਰਥ ਪਵਿੱਤਰ। ਇੱਥੋਂ ਤੱਕ ਕਿ ਗੁਰੂ ਨੂੰ ਵੀ ਤੀਰਥ ਕਿਹਾ ਹੈ, ਗੁਰ ਸਮਾਨ ਤੀਰਥ ਨਹੀਂ ਕੋਏ, ਇਦੋਂ ਵੱਡਾ ਪਵਿੱਤਰ ਕੌਣ ਹੈ। ਇੱਥੋਂ ਤੱਕ ਕਿ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਵੀ ਤੀਰਥ ਕਿਹਾ। ਪਤਾ ਲੱਗਾ ਤੇ ਉਹ ਆ ਗਏ। ਬਾਬਾ ਸ਼੍ਰੀ ਚੰਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਅਦਬ ਕੀਤਾ। ਸਾਡਾ ਇਤਿਹਾਸ ਕਹਿੰਦਾ ਉਹ ਲੈਣ ਵਾਸਤੇ ਗਏ। ਬਾਬਾ ਸ਼੍ਰੀ ਚੰਦ ਜੀ ਬੈਠੇ, ਕੀਰਤਨ ਹੋਇਆ ਤੇ ਸੁਭੈਕਨ ਨੇ ਸ਼ਬਦ ਪੁੱਛ ਲਿਆ ਕਿ ਤੁਹਾਡਾ ਦਾੜਾ ਕਿੰਨਾ ਲੰਮਾ ਹੈ, ਇੰਨਾ ਲੰਬੇਰਾ ਦਾੜਾ ਕਾਹਦੇ ਲਈ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਲਿਖਦਾ, ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਕਹਿਣ ਲੱਗੇ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਚਾੜਨ ਦੇ ਲਈ। ਕਹਿੰਦੇ ਇੰਨਾ ਸ਼ਬਦ ਕਿਹਾ। ਦੇਖੋ ਨਿਮਰਤਾ। ਸਰੀਰਕ ਤੌਰ ਤੇ ਉਮਰ ਕਰਕੇ ਬਾਬਾ ਸ੍ਰੀ ਚੰਦ ਵੱਡੇ ਨੇ, ਪਰ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਵੱਡੇ ਮਾਲਕ ਧੰਨ ਗੁਰੂ ਰਾਮਦਾਸ ਸਭ ਤੇ ਵੱਡਾ ਸਤਿਗੁਰੂ ਨਾਨਕ ਉਸ ਗੱਦੀ ਦੇ ਵਾਰਸ ਨੇ। ਜਦੋਂ ਕਿ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ, ਕਹਿੰਦੇ ਬਾਬਾ ਸ੍ਰੀ ਚੰਦ ਦੀਆਂ ਅੱਖਾਂ ਭੇਜਾਈਆਂ। ਨਿਮਰਤਾ ਨੇ ਖਿੱਚ ਲਿਆ, ਨਿਮਰਤਾ ਨੇ ਜਿੱਤ ਲਿਆ, ਨੇਤਰ ਭੇਜਾਏ। ਤੇ ਕਵੀ ਸੰਤੋਖ ਸਿੰਘ ਲਿਖਦੇ ਨੂੰ ਤੇ ਭਰੇ ਦਰਬਾਰ ਚ ਕਿਹਾ, ਦੇਖ ਨਿਮਰਤਾ ਗੁਰੂ ਕੀ ਸ਼੍ਰੀ ਚੰਦ ਭਏ ਪ੍ਰਸੰਨ। खुश हो गए। देख निमरता गुरु की श्री चंद पै प्रसन्न। अंगद लीनी सेव कर तुमरे प्रेम अनन। कहते साडे पिता जी की सेवा गुरु अंगद देव जी ने की, असी एवें रुस बैठे, किरपा तो उन्होंने मिलनी जिन्हें सेवा की। गुरु अमरदास ने गागर ढोई बड़ी सेव कमाई। कहते तुहाडी निमरता ने मैनू खिंच लिया। देख निमरता गुरु की श्री चंद पै प्रसन्न। अंगद लीनी सेव कर तुमरे प्रेम अनन। अगली गल कही, तुमरी महिमा अदक है, कही है काहे बनाए। तुहाडी महिमा बड़ी उच्ची है, कौन आ मैं तुहाडे बारे कुछ कह सकां। देखो इत्थे गुरु पुत्र गुरु जोत की वडियाई कर रहा है। इस गल नूं सुनो, खंडन ना करन तुर पई। तुमरी महिमा अदक है, कही है काहे बनाए। तुमरे सर में जो मज्जे पापी पी कद काहे कत पाहे। तेरे सरोवर च तां पापी भी टुब्बी लाण वाले तर जाणगे। नाम दा सरोवर, बाणी दा सरोवर। हुण मारे मन च बड़ी वारी आउणा भी कई सज्जन नहीं मानते, पर गुरु ग्रंथ साहिब च एक तुक पढ़ो, 2-3 तुकां। गुर बाबे फिटके से फिटे, गुर अंगद कीते कूड़ियारे। गुर तीजी पीढ़ी विचारिया, क्या इन्हां हथ विचारे। गुर टिकिया तिन निंदक दुष्ट सब तारे। गुरु रामदास जी की निमरता। मैं बेनती करांगा कि निमरता नूं हीनता च मत ले जाओ, निमरता नूं गौरवता च हंकार च नहीं। मत खुंदी होए इयाणा, ये निमरता है। गुर सिखी गुर सिख सुन, अंदरों सियारा बाहर भोला। अंदरों सियाणा बाहर साध मुरादा बन के रहिंदा। यही कारण मैनूं याद है, एक वारी साधु आया सी किसी दूजे मत का हरमंदर साहिब मत्था टेकन। उहदा नाम सी खरीदास। भावां कि जिहड़ी परिक्रमा होने, ये पहला परिक्रमा इस तरह नहीं सी। जो कुछ घंटा कर 4 चुफेरे बनिया ने इमारतां बाद च ने सारियां, पर उंज मैं कहना जिहड़ी खुण बनतर है। कई बारी अर्ज की, हरमंदर साहिब कितों भी प्रवेश करो, चेते रखियो पौड़ियां उतरनियां पैणियां ने। घंटा घर वाले पास आओ, चलो भावें मैं फिर अर्ज की कि बाद भी सारियां बनियां ने, पर पौड़ियां हर पासे उतर। घंटा घर वाले पासे पौड़ियां, गुरु रामदास दे लंगर वालों, मंजी साहिब वालों भावें पौड़ियां 3-4 ने, उतरनियां तो पैंदियां ने ना। बाबा दीप सिंह जी दे बुंगे वालों, आटा मंडी वालों, श्री अकाल तख्त झंडियां बुंगियां वालों, हर पासे पौड़ी उतरने आ। पर श्री अकाल तख्त साहिब वास्ते उतरनी नहीं पैंदी, चढ़नियां पैंदियां ने।
ਹਰਮੰਦਰ 'ਚ ਜਾਣ ਵਾਲੇ ਨੂੰ ਪੌੜੀਆਂ ਉਤਰਨੀਆਂ ਪੈਣਗੀਆਂ। ਹਰਮੰਦਰ ਨੀਵਾਂ ਹੈ, ਨੀਵੀਂ ਜਗ੍ਹਾ ਹੈ। ਉਸ ਸਾਧੂ ਦਾ ਇੱਕ ਦੋਹਰਾ ਮੈਂ ਤੁਹਾਨੂੰ ਸੁਣਾ ਦੇਣਾ, ਉਸ ਕਦਾ ਇੱਥੇ ਕਥਾ ਵਾਲੇ ਗੁਰਮੁਖਾਂ ਸੁਣਾਇਆ ਹੋਵੇ। ਉਹ ਕਹਿੰਦਾ ਵੀ ਹਰਮੰਦਰ ਨੀਵੀਂ ਥਾਂ ਤੇ ਕਿਉਂ ਹੈ? ਕੀਰਤਨ ਸੁਣਿਆ ਉਹਨੇ, ਬਾਣੀ ਸੁਣੀ, ਨਾਮ ਸੁਣਿਆ, ਤੇ ਬੜੀ ਚੰਗੀ ਗੱਲ ਜੇ। ਮੇਰਾ 11 ਸਾਲ ਦਾ ਤਜਰਬਾ ਪੱਕਾ ਹੋਇਆ ਜੇ ਗੁਰੂ ਰਾਮਦਾਸ ਤੋਂ ਕੁਝ ਲੈਣਾ ਹੈ ਤੇ ਜ਼ਿਆਦਾ ਉਹਨਾਂ ਲੋਕਾਂ ਦੇ ਵਿੱਚ ਖਚਤ ਨਾ ਹੋਇਓ। ਪਲੀਜ਼ ਮੇਰੀ ਬੇਨਤੀ ਹੈ, ਭਵਰੇ ਦੀ ਤਰ੍ਹਾਂ ਜਾਓ, ਕੀਰਤਨ ਕਥਾ ਬਾਣੀ ਭਾਂਡੇ ਮਾਂਜੋ, ਇਸ਼ਨਾਨ ਕਰੋ, ਰਸ ਲੈ ਕੇ ਘਰ ਨੂੰ ਆ ਜਾਓ। ਜੇ ਵਿੱਚ ਖਚਤ ਹੋ ਜਾਓਗੇ ਤੇ 2 ਮਹੀਨਿਆਂ ਬਾਅਦ ਮੱਥਾ ਟੇਕਣ ਤੋਂ ਵੀ ਘਰ ਬਹਿ ਜਾਓਗੇ। ਇਹ ਸੱਚਾਈ ਜੇ, ਹਾਲਾਤ ਐਸੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਦੇਖਿਆ ਵੀ ਹਰਮੰਦਰ ਸਾਹਿਬ ਨੀਵੀਂ ਥਾਂ ਤੇ ਹੈ, ਤੇ ਉਹਨੇ ਕੀਰਤਨ ਸੁਣ ਤੋਂ ਬਾਅਦ ਬਾਹਰ ਨਿਕਲ ਕੇ ਉੱਚੀ ਆਵਾਜ਼ ਵਿੱਚ ਕਿਹਾ, ਲੋਕੋ ਅੱਜ ਤੱਕ ਮੈਂ ਸਿਰਫ ਪ੍ਰਭੂ ਦੀ ਇਬਾਦਤ ਸਾਧਨਾ ਇਸ ਕਰਕੇ ਕਰਦਾ ਸਾਂ ਮੈਨੂੰ ਬੈਕੁੰਠ ਮਿਲ ਜਾਏ, ਸਵਰਗ ਮਿਲ ਜਾਏ। ਪਰ ਕਹਿੰਦਾ ਸੱਚ ਇਹ ਵੇ, ਅੱਜ ਮੈਂ ਕੀਰਤਨ ਵਿੱਚ ਦੇਖਿਆ ਵੀ ਬੈਕੁੰਠ ਤਾਂ ਦੇਖੀ ਕਿਤੇ ਨਹੀਂ, ਹਰਮੰਦਰ ਤਾਂ ਨੀਵਾਂ ਹੈ। ਉਹ ਕਹਿੰਦਾ ਮੈਨੂੰ ਇੰਜ ਲੱਗਦਾ ਵੀ ਪਰਮਾਤਮਾ ਨੇ ਆਪਣੀ ਰਹਿਮਤ ਦੇ ਛਾਬੇ ਵਿੱਚ ਤਰਾਜੂ ਵਿੱਚ ਰੱਖ ਕੇ ਇੱਕ ਪਾਸੇ ਹਰਮੰਦਰ ਪਾਇਆ, ਇੱਕ ਪਾਸੇ ਸਵਰਗ ਪਾਇਆ। ਜਿਹੜਾ ਖੌਲਾ ਸੀ ਉਹ ਕਿਤੇ ਅਸਮਾਨ 'ਚ ਚਲਾ ਗਿਆ, ਜਿਹੜਾ ਭਗਤੀ 'ਚ ਭਰਿਆ ਸੀ ਉਹ ਧਰਤੀ 'ਚ ਨੀਵੀਂ ਥਾਂ ਤੇ ਆ ਗਿਆ। ਕਹਿੰਦਾ ਖੌਲਾ ਉੱਤੇ ਚਲਾ ਗਿਆ। ਉਹਦੀਆਂ 2 ਸਤਰਾਂ ਨੇ, ਹਰਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰੀਦਾਸ। ਹਰਿਮੰਦਰ ਔਰ ਬੈਕੁੰਠ ਕੋ, ਹਰੀਦਾਸ ਉਹਦਾ ਨਾਮ ਹੈ। ਹਰਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰੀਦਾਸ। ਉਹ ਕਹਿੰਦੇ ਨੇ ਭਾਰਾ ਹੁਤੋ ਸੋ ਗਿਰ ਪਰਿਓ, ਹੌਰਾ ਚੜਿਓ ਆਕਾਸ਼। ਜਿਹੜਾ ਖੌਲਾ ਸੀ ਪਤਾ ਨਹੀਂ ਕਿੱਥੇ ਵੇ ਬੈਕੁੰਠ, ਪਰ ਕਹਿੰਦਾ ਅਸਲੀ ਬੈਕੁੰਠ ਤਾਂ ਆਏ। ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਏ। ਮੈਂ ਬੇਨਤੀ ਕਰਾਂਗਾ ਕਿ ਪਿਆਰਿਓ, ਤਰਾਜੂ 'ਚ ਪਾ ਕੇ ਕੋਈ ਚੀਜ਼ ਤੋਲੋ, ਝੁਕਣ ਵਾਲਾ ਸੱਚੀ ਮੁੱਚੀ ਇੱਕ ਦਿਨ ਜਿੱਤਦਾ। ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਨੇ ਕਿਹਾ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਆ 2 ਚੀਜ਼ਾਂ, ਇੱਕ ਗੁਰਜ ਤੇ ਇੱਕ ਖੰਡਾ। ਖੰਨਾ ਦਾ ਅਰਥ ਹੈ ਖੰਡਾ। ਕਹਿੰਦੇ ਨੇ ਮੇਰੇ ਕੋਲ ਸ਼ਸਤਰ ਹੈ, ਮੈਂ ਨਿਮਰਤਾ ਦੀ ਗੁਰਜ ਲਈ ਹੈ, ਸਭ ਦੇ ਚਰਨਾਂ ਦੀ ਧੂੜ ਦਾ ਮੈਂ ਖੰਡਾ ਪਾਇਆ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਇਹ ਪੂਰੇ ਗੁਰੂ ਨੇ ਕਿਹਾ ਭਾਈ ਨਿਮਰਤਾ 'ਚ। ਸਤਿਗੁਰੂ ਕਹਿੰਦੇ ਧਰ ਤਾਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ। ਜਿਹੜਾ ਝੁਕੇਗਾ, ਸਤਕਾਰ ਵੀ ਝੁਕਣ ਵਾਲੇ ਦਾ ਹੁੰਦਾ ਜੀ। ਸੱਚ ਜੇ ਆਕੜ ਵਾਲੇ ਦੇ ਪੱਲੇ ਕੁਛ ਨਹੀਂ ਪੈਂਦਾ। ਮੈਂ ਬੇਨਤੀ ਕਰਾਂ, ਕਦੀ ਕਿਸੇ ਨੇ ਕਿਸੇ ਦੇ ਹੱਥਾਂ ਨੂੰ ਮੱਥਾ ਟੇਕਿਆ? ਹੱਥ ਜਿੰਨੇ ਮਰਜ਼ੀ ਸੋਨਾ ਪਾਇਆ ਹੋਵੇ ਲੋਕਾਂ ਨੇ, ਕਦੀ ਕਿਸੇ ਮੱਥੇ ਨੂੰ ਮੱਥਾ ਟੇਕਿਆ? ਅੱਖਾਂ ਨੂੰ ਨਮਸਕਾਰ ਕੀਤੀ? ਪੈਰ ਸਭ ਤੋਂ ਨੀਵੇਂ ਨੇ ਤੇ ਮੱਥਾ ਸਿਰ ਸਭ ਤੋਂ ਉੱਚਾ ਹੈ। ਮੱਥੇ ਨਾਲ ਮੱਥਾ ਵੱਜਦਾ ਤੇ ਜ਼ਰੂਰ ਜੇ, ਪਰ ਮੱਥੇ ਨੂੰ ਮੱਥਾ ਟੇਕਿਆ ਨਹੀਂ ਜਾਂਦਾ। ਜਿਹੜਾ ਸਭ ਤੋਂ ਉੱਚਾ, ਯਾਦ ਰੱਖਿਓ, ਝੁਕਦਾ ਉਹਦੇ ਸਾਹਮਣੇ ਵੀ ਜਿਹੜਾ ਸਭ ਤੋਂ ਥੱਲੇ ਰਹਿੰਦਾ ਹੈ। ਪੈਰਾਂ 'ਚ ਮੱਥਾ ਝੁਕਦਾ ਹੈ ਨਾ। ਭਾਈ ਸਾਹਿਬ ਨੇ ਤਾਂ ਇੱਕ ਸ਼ਬਦ ਲਿਖਿਆ, ਉਹ ਕਹਿੰਦੇ ਨੇ ਕਈ ਵਾਰੀ ਜਦੋਂ ਛਾਪਾਂ ਪਾਉਂਦੇ ਨੇ ਨਾ, ਚੀਚੀ ਵੀ ਛਾਪ ਬੜੀ ਫਿੱਟ ਹੁੰਦੀ। ਉਂਝ ਇਹਦਾ ਮਤਲਬ ਇਹ ਨਾ ਸਮਝਿਓ ਵੀ ਆਪਾਂ ਨਗਾ ਵਾਲੀਆਂ ਛਾਪਾਂ ਪਾਉਣ ਲੱਗ ਪੈਣੀਆਂ। ਨਹੀਂ, ਸਾਡੇ ਕੋਲ ਸਤਿਗੁਰੂ ਦੇ ਸ਼ਬਦ ਤੋਂ ਵੱਡੀ ਕੋਈ ਤਾਕਤ ਨਹੀਂ, ਕਰਾਮਾਤ ਸ਼ਬਦ ਤੋਂ ਵੱਡੀ ਕੋਈ ਨਹੀਂ। ਪਰ ਮੇਰੀ ਬੇਨਤੀ ਹੈ, ਪੈਰ ਸਭ ਤੋਂ ਨੀਵੇਂ ਨੇ ਤੇ ਮੱਥਾ ਸਭ ਤੋਂ ਉੱਚਾ ਹੈ। ਭਾਈ ਸਾਹਿਬ ਨੇ ਲਿਖਿਆ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਸਿਰ ਸਭ ਤੋਂ ਉੱਚਾ, ਚਰਨ ਸਭ ਤੋਂ ਨੀਵੇਂ। ਤੇ ਜਿਹੜਾ ਉੱਚਾ ਰਹਿਣ ਵਾਲਾ ਉਹਨੂੰ ਇੱਕ ਦਿਨ ਨੀਵੇਂ ਦੇ ਸਾਹਮਣੇ ਝੁਕਣਾ ਪੈਂਦਾ ਹੈ। ਪੈਰਾਂ ਦੀ ਜੈ ਜੈਕਾਰ ਹੋਈ ਨਾ, ਚਰਨਾਂ 'ਚ ਥਾਂ ਦੇ ਦਿਓ, ਚਰਨਾਂ ਦੀ ਧੂੜ ਦੇ ਦਿਓ, ਚਰਨ ਕਮਲ ਬਖਸ਼ਿਓ। ਕਦੀ ਕਿਸੇ ਨੇ ਕਿਹਾ ਮੱਥੇ ਦੀ ਧੂੜ ਦੇ ਦਿਆ ਜੀ, ਹੱਥਾਂ ਦੀ ਧੂੜ ਦਿਓ? ਨਹੀਂ, ਜਿਹੜਾ ਨੀਵਾਂ ਰਹਿਣ ਵਾਲਾ ਉਹ ਸਤਕਾਰਿਆ ਜਾਂਦਾ ਹੈ। ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਹੱਥ ਕੰਨ ਦੇ ਭਾਰ ਉਚਾਉਂਦੇ।
ਭਾਈ ਸਾਹਿਬ ਨੇ ਉਹ 'ਚ ਲਿਖਿਆ, ਸਭ ਚੇਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ। ਭਾਈ ਸਾਹਿਬ ਕਹਿੰਦੇ ਨੇ, ਗੁਰ ਸ਼ਰਨੀ ਸਾਧ ਸੰਗਤੀ ਨੇ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਉਹਨਾਂ ਗੁਰਸਿੱਖਾਂ ਦੇ ਚਰਨਾਂ ਦੇ ਮੌਜੇ ਜੁੱਤੀਆਂ ਬਣਾ ਦਿਆ ਜੇ, ਜਿਨ੍ਹਾਂ ਦੇ ਚਰਨ ਗੁਰੂ ਦੇ ਰਸਤੇ ਤੇ ਜਾਂਦੇ। ਮੇਰੀ ਬੇਨਤੀ ਹੈ ਕਿ ਨਿਮਰਤਾ ਵਾਲਾ ਹੀ ਪੂਜਿਆ ਜਾਂਦਾ ਹੈ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਕੋਏ, ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ। ਠੀਕ ਹੈ, ਅੱਜ ਪੈਰਾਂ ਥੱਲੇ ਮਿੱਟੀ ਰਹਿੰਦੀ ਹੈ, ਹਾਲਾਂਕਿ ਬਾਬਾ ਸਾਹਿਬ ਇਹਦਾ ਜ਼ਿਕਰ ਕਰ ਰਹੇ ਨੇ ਇਸਲਾਮੀ ਮਤ ਨਾਲ, ਕਿਉਂਕਿ ਉਹ ਫੂਕਦੇ ਨੇ ਇਸਲਾਮ ਵਿੱਚ ਮੁਸਲਮਾਨ ਵੀਰ ਮੁਰਦੇ ਨੂੰ ਫੂਕਦੇ ਨੇ, ਕਹਿੰਦੇ ਨੇ ਆਹ ਖਾਕ ਨੂੰ ਮਤ ਨਿੰਦ, ਇਹ ਨਿਮਰਤਾ ਵਿੱਚ। ਜਿਹਨੂੰ ਅੱਜ ਤੂੰ ਮਾੜੀ ਕਹਿ ਰਿਹਾ, ਨਚੀਜ਼ ਕਹਿ ਰਿਹਾ, ਇੱਕ ਦਿਨ ਆਵੇਗਾ ਤੇਰੇ ਪੈਰਾਂ ਵਿੱਚ ਰੁਲਣ ਵਾਲੀ ਤੇਰੇ ਪਿੰਡੇ ਦੇ ਉੱਤੇ ਰਾਜ ਕਰੇਗੀ। ਝੁਕਣ ਵਾਲਾ ਉੱਚਾ ਹੋ ਜਾਂਦਾ ਹੈ। ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਖਾਕ ਵੀ ਉੱਚੀ ਹੋ ਗਈ। ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਅੱਗੇ ਸਤਿਗੁਰੂ ਨੇ ਸ਼ਬਦ ਵਰਤਿਆ, ਹਰ ਝੁਕਣਾ ਨੀਵਾਂਪਨ ਨਹੀਂ, ਹਰ ਝੁਕਣਾ ਨਿਮਰਤਾ ਦਾ ਸੂਚਕ ਨਹੀਂ। ਅਪਰਾਧੀ ਦੂਣਾ, ਇਹ ਨਾਣੇ ਨਾਲ ਪਾਠ ਕਰਨਾ, ਨੰਨੇ ਨਾਲ ਨਹੀਂ। ਅਪਰਾਧੀ ਦੂਣਾ ਸ਼ਬਦ ਵਰਤੇ ਨੇ, ਨਿਵੈ। ਅਪਰਾਧੀ ਦਾ ਅਰਥ ਵੈਸੇ ਤੇ ਸ਼ਿਕਾਰੀ ਕਰ ਲਈ ਤੇ ਸੌਖਾ ਹੋਵੇਗਾ, ਕਿਉਂਕਿ ਅੱਗੇ ਪ੍ਰਮਾਣ ਇਹਦੇ ਨਾਲ ਟੁਕਦਾ ਹੈ। ਅਪਰਾਧੀ ਦਾ ਆਖਰੀ ਅਰਥ ਹੈ ਗੁਨਾਹਗਾਰ, ਦੋਖ ਕਰਨ ਵਾਲਾ। ਕਹਿੰਦੇ ਨੇ ਯਾਦ ਰੱਖਿਓ, ਹਰ ਝੁਕਣਾ ਨਿਮਰਤਾ ਨਹੀਂ, ਸੁਚੇਤ ਰਿਓ। ਬੜੇ ਬੰਦੇ ਕਪਟੀ ਜੇ, ਅਪਰਾਧੀ ਜੇ, ਜਿਹੜੇ ਕਿਸੇ ਨੂੰ ਲੁੱਟਣ ਦੀ ਖਾਤਰ ਝੁਕਦੇ ਨੇ, ਉਸ ਝੁਕਣੇ ਤੋਂ ਬਚਿਓ। ਦੇਖੋ ਸਤਿਗੁਰੂ ਵੇਰਵਾ ਪਾਉਂਦੇ ਨੇ, ਅਪਰਾਧੀ ਦੂਣਾ ਨਿਵੈ ਜਿਉ ਹੰਤਾ। ਹੰਤਾ ਦਾ ਅਰਥ ਹੈ ਮਾਰਨਾ। ਮਿਰਗਾਹ ਇੱਕ ਵਚਨ ਹੈ, ਬਹੁ ਵਚਨ ਨਹੀਂ। ਜਿਵੇਂ ਇੱਕ ਸ਼ਿਕਾਰੀ ਕਿਸੇ ਹਿਰਨ ਦਾ ਸ਼ਿਕਾਰ ਕਰਨ ਵਾਸਤੇ ਝੁਕਦਾ ਹੈ, ਉਹਨੂੰ ਮਾਰਨ ਵਾਸਤੇ ਜ਼ਮੀਨ ਤੇ ਲੇਟਦਾ ਹੈ, ਪਰ ਮਹਾਰਾਜ ਕਹਿੰਦੇ ਨੇ ਉਹਦਾ ਲੇਟਣਾ ਮਤਲਬ ਇਹ ਨਹੀਂ ਕਿ ਉਹ ਡੰਡੌਤ ਕਰਦਾ ਪਿਆ, ਉਹਦਾ ਮਤਲਬ ਇਹ ਵੇ ਕਿ ਨਿਸ਼ਾਨਾ ਟਿਕਾਣੇ ਤੇ ਲੱਗ ਜਾਏ। ਗੋਲੀ ਚਲਾਉਣ ਵਾਲੇ ਝੁਕਦੇ ਨੇ, ਤੀਰ ਚਲਾਉਣ ਵਾਲਾ ਝੁਕਦਾ ਹੈ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹ, ਜਿਵੇਂ ਇੱਕ ਮਿਰਗ ਨੂੰ ਮਾਰਨ ਵਾਲਾ ਸ਼ਿਕਾਰੀ ਝੁਕ ਰਿਹਾ ਹੈ, ਪਰ ਉਹਦਾ ਝੁਕਣਾ ਨਿਵੇ ਸੋ ਗੌਰਾ ਹੋਏ ਨਹੀਂ, ਉਹਦਾ ਝੁਕਣਾ ਨਿਮਰਤਾ ਨਹੀਂ। ਮਹਾਰਾਜ ਕਹਿੰਦੇ ਨੇ ਇਹ ਤਾਂ ਕਹਿ ਰਿਹਾ ਕਿ ਸੀਸ ਨਵਾਏ, ਨਵਾਈਏ ਪਾਠ ਨਹੀਂ। ਬੇਨਤੀ ਹੈ ਕਿ ਅਕਸਰ ਇਹ ਪਾਠ ਕਰਦੇ ਆ, ਇਹ ਨੰਨੇ ਨੂੰ ਸਿਹਾਰੀ, ਵਾਵੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਐੜੇ ਤੇ ਦੁਲਾਵਾਂ। ਸੀਸ ਨਿਵਾਏ, ਨਵਾਈਏ ਵੀ ਨਹੀਂ। ਸੀਸ ਦੇ ਝੁਕਾਣ ਨਾਲ, ਸੀਸ ਦੇ ਮੱਥਾ ਟੇਕਣ ਨਾਲ ਕਿਆ ਥੀਆ, ਕੀ ਹੋ ਜਾਏਗਾ, ਇਹੀ ਵੇਰਵਾ ਪਾਇਆ। ਝੁਕਣਾ ਚੰਗੀ ਗੱਲ ਏ, ਪਰ ਉਸ ਸੀਸ ਝੁਕਾਉਣ ਦਾ ਕੀ ਫਾਇਦਾ। ਜਾਂ ਹਿਰਦੈ, ਦੁਲਾਵਾਂ ਨੇ, ਇੱਕ ਲਾਨੀ ਹਿਰਦੈ। ਅਗਲਾ ਬਚਨ ਹੈ ਕੁਸੁੱਦੇ, ਕੱਕੇ ਥੱਲੇ ਵੀ ਔਂਕੜ ਬੋਲਣੀ, ਕਸੁੱਦੇ ਨਹੀਂ ਬੋਲਣਾ, ਕੁਸੁੱਦੇ, ਕੱਕੇ ਥੱਲੇ ਔਂਕੜ ਹੈ ਜੀ। ਸੀਸ ਨਵਾਏ ਕਿਆ ਥੀਐ, ਕੀ ਹੋਵੇਗਾ ਤੇਰੇ ਮੱਥਾ ਟੇਕਣ ਨਾਲ, ਸੀਸ ਝੁਕਾਉਣ ਨਾਲ। ਜਾਂ ਜਦੋਂ ਹਿਰਦੈ ਕੁਸੁੱਦੇ ਜਾਏ, ਜਿਸ ਬੰਦੇ ਦੇ ਅੰਦਰ ਕਪਟ ਹੈ, ਉਹਦੇ ਮੱਥੇ ਟੇਕਣ ਦਾ ਕੀ ਫਾਇਦਾ ਜੀ। ਇਹਨੂੰ ਸਤਿਗੁਰੂ ਨੇ ਬਾਣੀ 'ਚ ਮੈਂ 3 ਪ੍ਰਮਾਣ ਸਿਰਫ ਦਿਆਂਗਾ ਇਹਦੀ ਸਮਾਪਤੀ ਕਰਦੀ। ਇੱਕ ਬਚਨ ਹੁੰਦਾ, ਸਿਆਮਲੰਗ ਮਦਰ ਮਨੁੱਖਿਅੰਗ ਰਿਧਿਅੰਗ ਭੂਮ ਵੈਰਨੈ। ਧੰਨ ਗੁਰੂ ਅਰਜਨ ਸਾਹਿਬ ਜੀ। ਸਿਆਮਲੰਗ ਦਾ ਅਰਥ ਹੈ ਸੋਹਣੇ ਸ਼ਰੀਰ ਵਾਲਾ, ਮਧੁਰ ਦਾ ਅਰਥ ਹੈ ਮਿੱਠਾ ਬੋਲੇ, ਸੋਹਣਾ ਬੋਲੇ। ਰਿਧਿਅੰਗ ਭੂਮ ਵੈਰਨੈ, ਮਿੱਠਾ ਵੀ ਬੋਲੇ, ਕੱਪੜੇ ਵੀ ਚੰਗੇ ਹੋਣ, ਪਰ ਉਹਦੇ ਸਰੀਰ ਦੇ ਅੰਦਰ ਖਿਰਦੇ ਰੂਪੀ ਧਰਤੀ ਵਿੱਚ ਵੈਰ ਦਾ ਬੀਜ ਹੋਵੇ, ਕਪਟ ਹੋਵੇ। ਰਿਧਿਅੰਗ ਭੂਮ ਵੈਰਨੈ ਨਿਵੰਤ ਹਵੰਤ ਮਿਥਿਆ,
ਉਹਦਾ ਝੁਕਣਾ ਬਿਲਕੁਲ ਝੂਠ ਹੈ। ਚੇਤਨੰਗ ਸੰਤ ਸਵਜਨੇ, ਪਰ ਬੰਦਗੀ ਕਰਨ ਵਾਲੇ ਇਹੋ ਜਿਹੇ ਕਪਟੀ ਝੁਕਣ ਵਾਲਿਆਂ ਤੋਂ ਸੁਚੇਤ ਰਹਿੰਦੇ ਨੇ, ਇਹੋ ਜਿਹੇ ਕਪਟ ਵਾਲਿਆਂ ਤੋਂ ਸੁਚੇਤ ਰਹਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਕਾਲ ਉਸਤਤ ਵਿੱਚ ਇੱਕ ਅੰਮ੍ਰਿਤ ਬੋਲਕ ਹੈ, ਹਰ ਝੁਕਣਾ ਮੱਥਾ ਟੇਕਣਾ ਨਹੀਂ ਹੁੰਦਾ। ਸਤਿਗੁਰੂ ਨੇ ਕੁਝ ਪ੍ਰਮਾਣ ਦਿੱਤੇ ਨੇ। ਬੰਦੂਕ ਚਲਾਉਣ ਵਾਲਾ ਲੰਮਾ ਪੈ ਕੇ ਕਈ ਵਾਰੀ ਗੋਲੀ ਚਲਾਉਂਦਾ ਹੈ, ਅੱਖਾਂ ਸਿਰ ਝੁਕਾ ਕੇ ਗੋਲੀ ਚਲਾਉਂਦਾ ਹੈ। ਪੋਸਤੀ ਨੂੰ ਪੋਸਤ ਨਾ ਮਿਲੇ ਸਿਰ ਸੁੱਟ ਕੇ ਪਿਆ ਰਹਿੰਦਾ ਹੈ। ਰੋਗੀ ਨੂੰ ਰੋਗ ਲੱਗ ਜਾਏ ਸਿਰ ਚੁੱਕ ਕੇ ਅਸਮਾਨ ਵੱਲ ਦੇਖਦਾ ਹੈ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਪਹਿਲਵਾਨ ਜਦੋਂ ਡੰਡ ਪੇਲਦਾ, ਨੱਕ ਜ਼ਮੀਨ ਤੇ ਲਾ ਕੇ ਡੰਡ ਕੱਢਦਾ, ਇਹਦਾ ਮਤਲਬ ਇਹ ਨਹੀਂ ਕਿ ਉਹਦਾ ਝੁਕਣਾ ਬ੍ਰਹਮ ਗਿਆਨਕ ਹੈ। ਸਾਹਿਬ ਦੇ ਬੋਲ ਨੇ, ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ਼ ਕੋ, ਕਾਂ ਪਇਓ ਮਲ ਜੋ ਪੈ ਕਾਢਤ ਅਨੇਕ ਡੰਡ ਸੋਤੋ ਨਾ ਡੰਡੋਟ ਅਸਟਾਂਗ ਅਥ ਤੀਸ਼ ਕੋ, ਕਾਂ ਪਇਓ ਰੋਗੀ ਜੋ ਪੈ ਡਾਰਿਓ ਰਹਿਓ ਉਰਦਮੁਖ, ਮਨ ਤੇ ਨਾ ਮੂੰਡ ਨਿਖਾਰਿਓ ਆਦ ਈਸ ਕੋ, ਕਾਮ ਨਾ ਅਧੀਨ ਸਦਾ ਦਾਮ ਨਾ ਪ੍ਰਬੀਨ, ਏਕ ਭਾਵਨਾ ਬਹੀਨ ਕੈਸੇ ਪਾਵੈ ਜਗਦੀਸ਼ ਕੋ। ਭਾਵਨਾ ਨਾਲ ਚੁੱਕੇ ਬੰਦਾ, ਸੱਚ ਐਵੇਂ ਭਾਵਨਾ ਨਾਲ ਚੁੱਕੇ ਦੇ ਤਾਂ ਲੇਖ ਵੀ ਬਦਲ ਜਾਂਦੇ ਨੇ। ਇਹੀ ਕਾਜ਼ੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਸਿੱਖ ਕਿਉਂ ਗੁਰੂ ਸਾਹਮਣੇ ਮੱਥਾ ਟੇਕਦੇ ਨੇ। ਮਹਾਰਾਜ ਜੀ ਨੇ ਕਿਹਾ ਮੱਥਾ ਟੇਕਣ ਵਿੱਚ ਵੀ ਭਲਾ ਹੁੰਦਾ ਹੀ। ਕਹਿੰਦਾ ਮੈਨੂੰ ਕੋਈ ਉਦਾਹਰਨ ਦਿਓ। ਸਤਿਗੁਰੂ ਨੇ ਸਟੈਂਪ ਛਾਪ ਮੋਹਰ ਦਿਖਾ ਕੇ ਕਿਆ ਕਹਿਣ ਲੱਗੇ, ਇਸ ਮੋਹਰ ਦੇ ਅੱਖਰ ਪੜ੍ਹ। ਉਹ ਕਹਿੰਦਾ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਤੇ ਸਤਿਗੁਰੂ ਨੇ ਸ਼ਾਹੀ ਨਾਲ ਭੇ ਕੇ ਜਦੋਂ ਝੁਕਾ ਕੇ ਲਾਈ ਤੇ ਅੱਖਰ ਸਿੱਧੇ ਹੋ ਗਏ। ਕਹਿਣ ਲੱਗੇ ਕਾਜ਼ੀ ਮੋਹਰ ਦੇ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ, ਸ਼ਾਹੀ ਲਾ ਕੇ ਝੁਕਾ ਦਿਓ ਤੇ ਮੋਹਰ ਦੇ ਅੱਖਰ ਵੀ ਸਟੈਂਪ ਦੇ ਅੱਖਰ ਵੀ ਸਿੱਧੇ ਹੋ ਜਾਂਦੇ ਨੇ। ਭਾਵਨਾ ਦੀ ਸ਼ਾਹੀ ਲਾ ਕੇ ਕੋਈ ਗੁਰੂ ਨੂੰ ਮੱਥਾ ਟੇਕਦੇ, ਉਹਦੇ ਮੱਥੇ ਸਿੱਧੇ ਹੋ ਜਾਂਦੇ। ਮੇਰੀ ਬੇਨਤੀ ਹੈ ਕਿ ਕੁਸੁੱਧ ਵਾਲਾ ਕਪਟ ਵਾਲਾ ਝੁਕਣਾ ਪ੍ਰਵਾਨ ਨਹੀਂ। ਉਹੀ ਝੁਕਣਾ ਪ੍ਰਵਾਨ ਹੈ ਜਿੱਥੇ ਅੰਦਰ ਸ਼ਬਦ ਗੁਣ ਨਿਮਰਤਾ ਹੋਵੇ। ਬਾਕੀ ਵਿਚਾਰ ਆਪਾਂ ਇਸੇ ਸ਼ਲੋਕ ਦੀ ਲੜੀ ਬਣਾ ਕੇ ਅੱਗੇ ਤੁਰਾਂਗੇ, ਕਿਉਂਕਿ ਅੱਗੇ ਵੀ ਕੁਸੁੱਧ ਪੁਣੇ ਦਾ ਜ਼ਿਕਰ ਆਉਣਾ। ਉਹ ਸ਼ਲੋਕ ਹੈ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸੁਮਾਦੰਗ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰਗ। ਇਹ ਅਸੀਂ ਸ਼ਲੋਕ ਕੱਲ ਸਵੇਰ ਦੇ ਦੀਵਾਨ 'ਚ ਪੂਰੇ 8 ਵਜੇ ਆਪ ਜੀ ਕਿਰਪਾ ਕਰਿਓ, ਕਿਉਂਕਿ ਅੱਜ ਇਹਨਾਂ ਸੱਜਣਾ ਨੇ ਜਾਣਾ ਸੀ, ਰਿਕਾਰਡਿੰਗ ਕਰਨ ਵਾਲਿਆਂ ਨੇ ਛੁੱਟੀ ਇਹਨਾਂ ਲਈ ਹੈ। ਕੱਲ ਨੂੰ ਫਿਰ ਇਸ ਸ਼ਲੋਕ ਨੂੰ ਅਗਲੇ ਨੂੰ ਆਪਾਂ ਵਿਚਾਰਾਂਗੇ। ਇਸ ਨਾਲ ਇੱਕ ਪੌੜੀ ਜਿਹੜੀ ਹੈ ਉਹ ਹੈ, ਕਪਟ ਛੱਡ ਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇਹਦੀ ਵਿਚਾਰ ਨਾਲ ਆਪਾਂ ਕਰਾਂਗੇ। ਸਭ ਦਾ ਧੰਨਵਾਦ ਜੀ। ਆਪ ਬੜੀ ਦੂਰੋਂ ਚੱਲ ਕੇ ਸਾਰੇ ਆਉਂਦੇ ਹੋ, ਇਕਾਗਰਤਾ ਬਖਸ਼ ਦਿਓ। ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਸਭ ਦੀਆਂ ਝੋਲੀਆਂ 'ਚ ਹਿਰਦੇ ਦੀ ਗਰੀਬੀ ਪਾਵੇ, ਅੰਦਰ ਦੀ ਨਿਮਰਤਾ ਬਖਸ਼ੇ, ਸਿਮਰਨ ਵਿੱਚ ਉਪਜੀ ਨਿਮਰਤਾ ਬਖਸ਼ੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਦੀ ਦਾਤ ਬਖਸ਼ ਦੇਵੇ। ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ ਦੀ ਦਾਤ ਬਖਸ਼ ਦੇਵੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਓ ਥੋੜਾ ਜਿਹਾ ਸਮਾਂ ਆਪਾਂ ਸਿਮਰਨ ਕਰ ਲਈਏ।